सत श्री अकाल दोस्तों, तुसी वेख रहे हो डोरस्टैप एजुकेशन पॉइंट। उम्मीद करदा तुसी सारे वधिया होवोगे। सो दोस्तों, अज दी अपनी क्लास दे विच असीं PS टैट दी जिहड़ी SST हुंदी है ਉਹਦੇ ਕੁਝ ਪ੍ਰੀਵੀਅਸ ਈਅਰ ਨੂੰ ਡਿਸਕਸ ਕਰਨ ਜਾ ਰਹੇ ਹਾਂ, ਜਿਹੜੀ ਕਿ ਤੁਹਾਡੇ ਐਗਜ਼ਾਮ ਪੁਆਇੰਟ ਆਫ View ਤੋਂ ਕਾਫੀ ਇੰਪੋਰਟੈਂਟ ਜਿਹੜੀ ਕਲਾਸ ਹੈ ਜੀ ਉਹ ਹੋਣ ਵਾਲੀ ਹੈ। ਸੋ ਦੋਸਤੋ, 24 ਦਸੰਬਰ 2021 ਦੇ ਵਿੱਚ ਜਿਹੜੀ ਤੁਹਾਡੀ ਪ੍ਰੀਖਿਆ ਹੋਣੀ ਹੈ PS ਟੈਟ ਦੀ ਪੇਪਰ 2 ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਉਹਦੇ ਵਿੱਚ ਇੱਕ SST ਦਾ ਪੋਰਸ਼ਨ ਵੀ ਆਉਂਦਾ ਹੈ ਜਿਨ੍ਹਾਂ ਨੇ ਕੰਬੀਨੇਸ਼ਨ SST ਚੂਜ਼ ਕੀਤਾ ਹੋਊਗਾ। ਸੋ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੀ ਆਪਾਂ ਇਸ ਵੀਡੀਓ ਨੂੰ ਰਿਕਾਰਡ ਕਰ ਰਹੇ ਹਾਂ। ਸੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇੱਥੇ ਇੱਕ ਤੁਹਾਨੂੰ ਸਬਸਕ੍ਰਾਈਬ ਬਟਨ ਵਿਖ ਰਿਹਾ ਹੋਏਗਾ, ਤੁਸੀਂ ਇੱਥੇ ਕਲਿੱਕ ਕਰਨਾ ਹੈ। ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਇਹਦੇ ਨਾਲ ਹੀ ਇਹ ਜਿਹੜਾ ਕਲਰ ਹੈ ਜੀ ਇਹਦਾ ਬਲੈਕ ਹੋ ਜਾਏਗਾ ਤੇ ਬਲੈਕ ਹੋਣ ਤੋਂ ਬਾਅਦ ਜਿਹੜਾ ਇੱਥੇ ਇੱਕ ਬੈਲ ਆਈਕਨ ਹੋਏਗਾ ਤੁਸੀਂ ਉਹ ਵੀ ਪ੍ਰੈਸ ਕਰ ਲੈਣਾ ਹੈ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਤੇ ਦੋਸਤੋ, ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਲਿਓ। ਪਹਿਲਾਂ ਆਪਾਂ ਵੇਖਦੇ ਹਾਂ ਜੀ ਪਹਿਲਾ ਜਿਹੜਾ ਪ੍ਰਸ਼ਨ ਹੈ, which is the least dense planet of solar system? ਸੂਰਜੀ ਪਰਿਵਾਰ ਦਾ ਕਿਹੜਾ ਗ੍ਰਹਿ ਸਭ ਤੋਂ ਘੱਟ ਸੰਘਣਾ ਹੈ? ਸੋ ਇਹਦਾ ਮਤਲਬ ਕੀ ਹੈ? ਡੈਂਸ ਦਾ ਕੀ ਮਤਲਬ ਹੈ? ਜੇ ਆਪਾਂ ਗੱਲ ਕਰੀਏ ਸੰਘਣੇ ਤੋਂ ਕੀ ਭਾਵ ਹੈ? ਜੇਕਰ ਆਪਾਂ ਸੰਘਣੇ ਦੀ ਗੱਲ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਮੰਨ ਲਓ ਕਿ ਜਿਹੜੇ ਇਹ ਸਾਰੇ ਪਲੈਨਟ ਆ ਨਾ, ਤੁਸੀਂ ਇਹਨਾਂ ਨੂੰ ਐਜ਼ ਅ ਫੁੱਟਬਾਲ ਮੰਨ ਲਓ ਕਿ ਸਾਰੇ ਜਿਹੜੇ ਪਲੈਨਟ ਹੈਗੇ ਆ ਸਾਰੇ ਕੀ ਹੈਗੇ ਆ ਜੀ? ਫੁੱਟਬਾਲ ਹੈਗੇ ਆ। ਇੱਕ ਫੁੱਟਬਾਲ ਸੀਗਾ, ਉਹਦੇ ਵਿੱਚ ਤੁਸੀਂ ਪਾਣੀ ਭਰਤਾ, ਇੱਕ ਦੇ ਵਿੱਚ ਤੁਸੀਂ ਲੋਹਾ ਭਰਤਾ ਤੇ ਇੱਕ ਦੇ ਵਿੱਚ ਕਹਿ ਲਓ ਕਿ ਇੱਕ ਦੇ ਵਿੱਚ ਤੁਸੀਂ ਹਵਾ ਭਰਤੀ। ਜਦੋਂ ਤੁਸੀਂ ਉਹਨੂੰ ਪਾਣੀ ਦੇ ਵਿੱਚ ਸਿੱਟਿਆ, ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ ਜਿਹੜਾ ਫੁੱਟਬਾਲ ਹੈ ਜੀ ਉਹ ਪਾਣੀ ਦੇ ਵਿੱਚ ਤੈਰੇਗਾ, ਮਤਲਬ ਕਿ ਸਿੰਕ ਨਹੀਂ ਕਰੇਗਾ। ਸੋ ਤੁਸੀਂ ਕਹੋਗੇ ਕਿ ਜਿਹਦੇ ਵਿੱਚ ਹਵਾ ਭਰੀ ਹੋਊਗੀ। ਸੋ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਪਲੈਨਟ ਹੈਗੇ ਆ ਜੀ, ਇਹ ਵੀ ਕੀ ਹੈ ਜੀ? ਇਹ ਤਾਂ ਕਈ ਬਣੇ ਹੈਗੇ ਪੱਥਰ ਦੇ, ਜਿਵੇਂ ਕਿ ਹੈਗੀ ਆਪਣੀ ਪ੍ਰਿਥਵੀ, ਜਿਹਦੀ ਆਪਾਂ ਗੱਲ ਕਰੀਏ ਧਰਤੀ ਦੀ, ਜਿਹੜੀ ਆਪਣੀ ਹੈਗੀ ਆ ਧਰਤੀ, ਇਹਦੇ ਵਿੱਚ ਤਾਂ ਮੰਨ ਲਓ ਕਿ ਕਾਫੀ ਸਾਰੀਆਂ ਚੱਟਾਨਾਂ ਹੈਗੀਆਂ ਜੀ, ਕਾਫੀ ਸਾਰੇ ਖਣਿਜ ਪਦਾਰਥ ਹੈਗੇ ਆ, ਜਿਹਦੇ ਕਰਕੇ ਜਿਹੜੀ ਆਪਣੀ ਧਰਤੀ ਆ ਉਹਦਾ ਜਿਹੜਾ ਡੈਂਸਿਟੀ ਹੈ ਉਹ ਤਾਂ ਹੈਗੀ ਆ ਬਹੁਤ ਜ਼ਿਆਦਾ। ਸੋ ਇਸੇ ਤਰ੍ਹਾਂ ਹੀ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਕਿ ਸੂਰਜੀ ਪਰਿਵਾਰ ਦਾ ਕਿਹੜਾ ਗ੍ਰਹਿ ਸਭ ਤੋਂ ਘੱਟ ਸੰਘਣਾ ਹੈ? ਕੀ ਉਹ ਮਰਕਰੀ ਹੈ, ਕੀ ਉਹ ਅਰਥ ਹੈ, ਕੀ ਉਹ ਸੈਟਰਨ ਹੈ ਜਾਂ ਫਿਰ ਨੈਪਚੂਨ ਹੈ? ਵੀ ਸ਼ੁੱਕਰ, ਪ੍ਰਿਥਵੀ, ਸ਼ਨੀ ਜਾਂ ਫਿਰ ਵਰੁਣ? ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਸਾਰਿਆਂ ਨਾਲੋਂ ਵੱਧ ਘਣਤਾ ਵਾਲਾ ਜਿਹੜਾ ਗ੍ਰਹਿ ਹੈ ਉਹ ਕਿਹੜਾ ਹੈ, ਸਾਰਿਆਂ ਨਾਲੋਂ ਘੱਟ ਦੀ ਗੱਲ ਕੀਤੀ ਜਾ ਰਹੀ ਹੈ ਨਾ, ਤੁਹਾਨੂੰ ਮੈਂ ਇਹ ਵੀ ਦੱਸੂਗਾ। ਸੋ ਦੋਸਤੋ, ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਨਾ ਉਹ ਹੋਏਗਾ ਸੈਟਰਨ। ਕੀ ਹੋਏਗਾ ਜੀ? ਸ਼ਨੀ ਗ੍ਰਹਿ। ਮੰਨ ਲਓ ਕਿ ਜਿਹੜਾ ਸ਼ਨੀ ਗ੍ਰਹਿ ਹੈ ਨਾ, ਸ਼ਨੀ ਗ੍ਰਹਿ ਨੂੰ ਜੇ ਤੁਸੀਂ ਪਾਣੀ ਵਿੱਚ ਸਿੱਟਦੇ ਹੋ ਤੇ ਇਹ ਕੀ ਕਰੇਗਾ ਜੀ? ਇਹ ਡੁੱਬੇਗਾ ਨਹੀਂ। ਹੁਣ ਤੁਸੀਂ ਮੈਨੂੰ ਇਹ ਪੁੱਛੋਗੇ ਕਿ ਸਰ ਇਹ ਡੁੱਬੇਗਾ ਕਿਉਂ ਨਹੀਂ? ਕਿਉਂਕਿ ਇਹ ਜਿਹੜਾ ਪਲੈਨਟ ਹੈ ਨਾ ਇਹ ਗੈਸਸ ਨਾਲ ਬਣਿਆ ਹੋਇਆ। ਹੁਣ ਤੁਸੀਂ ਪੁੱਛੋਗੇ ਕਿ ਸਰ ਕੀ ਇਹ ਵੀ ਗੱਲ ਹੁੰਦੀ ਹੈ ਕਿ ਕੁਝ ਪਲੈਨਟ ਗੈਸ ਨਾਲ ਬਣੇ ਹੋਏ ਆ, ਕੁਝ ਪਲੈਨਟ ਚਟਾਨਾਂ ਨਾਲ ਬਣੇ ਹੋਏ ਆ? ਸੋ ਬਿਲਕੁਲ, ਆਹ ਵੇਖੋ ਮੈਂ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਵਿਖਾ ਰਿਹਾ। ਮੈਂ ਤੁਹਾਨੂੰ ਨਾ ਪਹਿਲਾਂ ਇਹ ਪੁੱਛ ਲੈਣਾ ਕਿ ਇਹ ਜਿਹੜੇ ਪਲੈਨਟਸ ਹੈਗੇ ਆ, ਤੁਸੀਂ ਮੈਨੂੰ ਇਹ ਦੱਸੋ ਕਿ ਇਹਨਾਂ ਦੇ ਨਾਮ ਕੀ ਹੈ। ਤੁਸੀਂ ਕਹੋਗੇ ਕਿ ਸਰ ਇੱਥੇ ਤੁਸੀਂ ਨਾਮ ਤਾਂ ਲਿਖਿਆ ਨਹੀਂ, ਤੁਸੀਂ ਸਾਡੇ ਤੋਂ ਪੁੱਛ ਰਹੇ ਹੋ। ਚਲੋ ਕੋਈ ਗੱਲ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਮੈਂ ਤੁਹਾਨੂੰ ਟ੍ਰਿਕ ਦੱਸੂਗਾ ਕਿ ਇਹ ਸਾਰੇ ਹੀ ਪਲੈਨਟਸ ਨੂੰ ਤੁਸੀਂ ਸੀਕੁਐਂਸ ਵਾਈਜ਼ ਯਾਦ ਕਰ ਲਓਗੇ ਤੇ ਡੈਂਸਿਟੀ ਵਾਲੀ ਜਿਹੜੀ ਗੱਲ ਹੈ ਨਾ ਮੈਂ ਤੁਹਾਨੂੰ ਉਹ ਵੀ ਸਮਝਾ ਦੂੰਗਾ। ਜਿਵੇਂ ਕਿ ਤੁਸੀਂ ਕੀ ਯਾਦ ਕਰਨਾ ਹੈ? MVEM, ਉਸ ਤੋਂ ਬਾਅਦ ਤੁਸੀਂ ਕਰਨਾ ਹੈ JSUN। ਠੀਕ ਹੈ ਨਾ ਜੀ। ਹੁਣ ਮੈਂ ਇਹਨਾਂ ਦੇ ਨਾਲ ਵੀ ਲਿਖ ਦਿੰਨਾ, ਤੁਸੀਂ ਵੇਖ ਸਕਦੇ ਹੋ ਮੈਂ ਸਾਰੇ ਨਾਲ ਇੱਕ ਲੈਟਰ ਲਿਖਤਾ। ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ, ਜਿਵੇਂ ਕਿ M ਹੈ, ਇਹ ਕਿਹੜਾ ਪਲੈਨਟ ਹੈ ਜੀ? ਇਹ ਹੈ ਮਰਕਰੀ। V ਤੋਂ ਕਿਹੜਾ ਪਲੈਨਟ ਹੈ ਜੀ? ਇਹ ਹੈ ਵੀਨਸ। E ਤੋਂ ਕਿਹੜਾ ਪਲੈਨਟ ਹੈ ਜੀ? ਇਹ ਹੋ ਗਿਆ ਅਰਥ। ਇਹ ਕਿਹੜਾ ਹੈ ਜੀ? M ਤੋਂ ਇਹ ਹੋ ਗਿਆ ਮਾਰਸ। ਜਿਵੇਂ ਆਪਾਂ ਵੱਡੇ ਸਾਰੇ ਦੀ ਗੱਲ ਕਰੀਏ, ਇਹ ਕਿਹੜਾ ਪਲੈਨਟ ਹੈ ਜੀ? ਇਹ ਹੈ ਜੁਪੀਟਰ। ਇਸ ਤੋਂ ਬਾਅਦ ਆ ਗਿਆ ਇਹ S ਦਾ ਪਲੈਨਟ, ਮਤਲਬ ਕਿ ਹੁਣੇ ਜਿਹੜਾ ਪ੍ਰਸ਼ਨ ਪੁੱਛਿਆ ਗਿਆ ਸੀ ਨਾ, ਆ ਵੇਖੋ ਕਿ ਵਿਚ ਇਜ਼ ਦਾ ਲੀਸਟ ਡੈਂਸ ਪਲੈਨਟ ਆਫ ਸੋਲਰ ਸਿਸਟਮ। ਇਹ ਕਿਹੜਾ ਹੈ ਜੀ? ਇਹ ਹੈ ਸੈਟਰਨ। ਇਹ ਆ ਗਿਆ ਜੀ ਯੂਰੇਨਸ, U ਤੋਂ ਯੂਰੇਨਸ, N ਤੋਂ ਆ ਗਿਆ ਨੈਪਚੂਨ। ਇਹ ਤੁਸੀਂ ਯਾਦ ਕਰ ਲੈਣਾ ਹੈ MVEMJSUN। ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਕਿ ਪ੍ਰਿਥਵੀ ਜਿਹੜੀ ਹੈ ਉਹ ਕਿੰਨਵੇਂ ਨੰਬਰ ਤੇ ਪਲੈਨਟ ਆਉਂਦੀ ਹੈ ਜੀ? ਇਹ ਆਉਂਦੀ ਹੈ ਜੀ 3rd ਨੰਬਰ ਤੇ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਆਪਣਾ ਪ੍ਰਸ਼ਨ ਪੁੱਛਿਆ ਗਿਆ ਸੀਗਾ ਕਿ ਡੈਂਸ ਪਲੈਨਟ ਕਿਹੜਾ ਹੈ ਜੀ? ਇਹ ਛੱਲੇ ਵਾਲਾ ਪਲੈਨਟ ਤੁਸੀਂ ਵੇਖ ਸਕਦੇ ਹੋ, ਸੈਟਰਨ, ਜਿਹਨੂੰ ਪੰਜਾਬੀ ਚ ਤੁਸੀਂ ਸ਼ਨੀ ਕਹਿੰਦੇ ਹੋ। ਤੇ ਇਸ ਦੇ ਨਾਲ ਹੀ ਜਿਹੜਾ ਇਹ ਜੁਪੀਟਰ ਹੈ ਇਹ ਵੀ ਗੈਸ ਨਾਲ ਬਣਿਆ ਹੋਇਆ। ਚਲੋ ਮੈਂ ਇੱਕ ਲਕੀਰ ਮਾਰ ਦਿੰਦਾ ਇੱਥੇ, ਤੁਹਾਨੂੰ ਇਹ ਪਲੈਨਟ ਵਿਖ ਰਿਹਾ। ਜਿਹੜੇ ਤਾਂ ਹੈਗੇ ਆਹ ਵਾਲੀ ਸਾਈਡ ਪਲੈਨਟ, ਇੱਧਰ ਵਾਲੀ ਸਾਈਡ ਵਾਲੇ ਪਲੈਨਟ, ਇਹ ਬਣੇ ਆ ਜੀ ਚੱਟਾਨਾਂ ਨਾਲ। ਠੀਕ ਹੈ ਜੀ। ਇਹਨਾਂ ਦੀ ਜਿਹੜੀ ਘਣਤਾ ਹੈਗੀ ਆ, ਇਹੀ ਪੁੱਛਿਆ ਜਾ ਰਿਹਾ ਸੀਗਾ ਨਾ, ਮਤਲਬ ਕਿ ਸੰਘਣਾ ਹੈ ਜਿਹੜਾ, ਇਹਨਾਂ ਦੀ ਕਹਿ ਲਓ ਕਿ ਡੈਂਸਿਟੀ ਹੈ ਇਹ ਹੈਗੀ ਆ ਵੱਧ। ਤੇ ਸਾਰਿਆਂ ਨਾਲੋਂ ਵੱਧ ਡੈਂਸਿਟੀ ਵਾਲਾ ਪਲੈਨਟ ਕਿਹੜਾ ਹੈ ਜੀ? ਉਹ ਹੈ ਅਰਥ। ਜੇ ਆਪਾਂ ਗੱਲ ਕਰੀਏ ਇਧਰੋਂ ਕਿ ਇਹ ਕੀ ਹੈ ਜੀ? ਜੁਪੀਟਰ, ਸੈਟਰਨ, ਯੂਰੇਨਸ ਤੇ ਨੈਪਚੂਨ। ਇਹ ਜਿਹੜੇ ਚਾਰੇ ਪਲੈਨਟ ਰਹਿ ਗਏ ਨਾ, ਇਹ ਹੈਗੇ ਗੈਸਾਂ ਵਾਲੇ ਪਲੈਨਟ। ਮਤਲਬ ਇਹ ਕਿ ਇਹ ਗੈਸ ਨਾਲ ਬਣੀ ਹੋਈ ਆ। ਤੁਸੀਂ ਇਹਨੂੰ ਰੱਟ ਲੈਣਾ ਹੈ, ਯਾਦ ਕਰ ਲੈਣਾ ਹੈ। ਕੀ ਪਤਾ ਐਗਜ਼ਾਮ ਪੁਆਇੰਟ ਆਫ View ਤੋਂ ਇਹ ਤੁਹਾਨੂੰ PS ਟੈਟ ਦੇ ਵਿੱਚ ਪ੍ਰਸ਼ਨ ਪੁੱਛ ਲਿਆ ਜਾਵੇ। ਸੋ ਇਹ ਜਿਹੜੇ ਪਲੈਨਟ ਹੈਗੇ ਆ ਜੁਪੀਟਰ, ਸੈਟਰਨ, ਯੂਰੇਨਸ ਐਂਡ ਨੈਪਚੂਨ। ਇੱਕ ਮੈਂ ਹੋਰ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਕਿ ਯੂਰੇਨਸ ਐਂਡ ਵੀਨਸ
ਇਹ ਜਿਹੜੇ ਦੋ ਪਲੈਨਟ ਵਿਖ ਰਹੇ ਆ ਨਾ, ਯੂਰੇਨਸ ਜਿਹਦੇ ਪਿੱਛੇ ਨਸ ਨਸ ਲੱਗ ਰਿਹਾ, ਯੂਰੇਨਸ ਐਂਡ ਵੀਨਸ, ਇਹ ਜਿਹੜੇ ਪਲੈਨਟ ਆ ਨਾ ਜੀ, ਇਹ ਬਾਕੀ ਪਲੈਨਟ ਦੇ ਕੰਪੈਰੀਜ਼ਨ ਪੁੱਠਾ ਘੁੰਮਦੇ ਆ। ਜਿਵੇਂ ਮੰਨ ਲਓ ਆਪਣੀ ਜਿਹੜੀ ਧਰਤੀ ਹੈ ਇਹ ਵੈਸਟ ਟੂ ਈਸਟ ਵੱਲ ਜਾਂਦੀ ਹੈ ਨਾ, ਇਹ ਕਿਵੇਂ ਘੁੰਮਦੀ ਆ, ਵੈਸਟ ਟੂ ਈਸਟ ਵੱਲ ਘੁੰਮਦੀ ਆ। ਤੇ ਇਹ ਕਿਵੇਂ ਘੁੰਮਦੇ ਨੇ ਜੀ, ਯੂਰੇਨਸ ਤੇ ਵੀਨਸ ਇਹ ਘੁੰਮਦੇ ਆ ਜੀ ਈਸਟ ਟੂ ਵੈਸਟ ਵੱਲ ਘੁੰਮਦੇ ਆ। ਇਹ ਬੜੀ ਹੀ ਇੰਟਰਸਟਿੰਗ ਗੱਲ ਹੈ, ਤੁਸੀਂ ਇਹਨੂੰ ਵੀ ਯਾਦ ਕਰ ਲੈਣਾ ਹੈ। ਸੋ ਦੋਸਤੋ ਇਹ ਆਪਣਾ ਪਹਿਲਾ ਪ੍ਰਸ਼ਨ ਹੋ ਗਿਆ ਕੰਪਲੀਟ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਤੇ। ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਲੈਂਡ ਕਵਰਸ ਓਨਲੀ ਅਬਾਊਟ ਡੈਸ਼ प्रतिशत ऑफ टोटल सरफेस एरिया ऑफ द अर्थ सर्विस। ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਲੈਂਡ ਹੈ, ਲੈਂਡ ਤੋਂ ਕੀ ਭਾਵ ਹੈ ਜੀ, ਜਿਹੜੀ ਤੁਹਾਡੀ ਧਰਤੀ ਹੈ, ਜਿਹੜੀ ਤੁਹਾਡੀ ਧਰਤੀ ਹੈ ਉਹਦੀ ਸਤਹ ਦਾ ਕੁੱਲ ਖੇਤਰਫਲ ਦਾ ਕਿੰਨਾ ਪ੍ਰਤੀਸ਼ਤ ਥਲ ਭਾਗ ਹੈ। ਜਿਵੇਂ ਕਿ ਆ ਵੇਖੋ, ਮੈਂ ਤੁਹਾਡੇ ਸਾਹਮਣੇ ਇੱਕ ਡਾਇਗਰਾਮ ਪੇਸ਼ ਕਰ ਰਿਹਾ, ਇਹਦੇ ਵਿੱਚ ਵੇਖ ਲਿਓ ਇਹ ਕੀ ਹੈ ਜੀ, ਇੱਕ ਮਾਡਲ ਆਫ ਅਰਥ ਗਲੋਬ ਕਹਿ ਲਓ ਜਾਂ ਫਿਰ ਕਹਿ ਲਓ ਇੱਕ ਆਪਣੀ ਧਰਤੀ ਹੈ। ਇਹਦੇ ਵਿੱਚ ਤੁਸੀਂ ਆ ਜਿਹੜਾ ਗ੍ਰੀਨ ਵਾਲਾ ਹਿੱਸਾ ਵੇਖ ਰਹੇ ਹੋ ਨਾ, ਇਹ ਕੀ ਹੈ ਜੀ, ਆਪਣੀ ਧਰਤੀ ਹੈ। ਤੇ ਬਾਕੀ ਜਿਹੜਾ ਬਲੂ ਵਾਲਾ ਕਲਰ ਵੇਖ ਰਹੇ ਹੋ ਇਹ ਸਭ ਕੀ ਹੈ ਜੀ, ਪਾਣੀ ਹੈ। ਤੁਹਾਨੂੰ ਕੀ ਲੱਗਦਾ ਕਿ ਪਾਣੀ ਜ਼ਿਆਦਾ ਹੈ ਕਿ ਘੱਟ ਹੈ? ਪਾਣੀ ਜ਼ਿਆਦਾ ਹੈ ਜੀ, ਇਸੇ ਕਰਕੇ ਆਪਣੀ ਧਰਤੀ ਨੂੰ ਬਲੂ ਪਲੈਨਟ ਕਿਹਾ ਜਾਂਦਾ ਨਾ। ਸੋ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਜਿਹੜਾ ਲੈਂਡ ਵਾਲਾ ਹਿੱਸਾ ਹੈ ਉਹ ਕਿੰਨਾ ਪ੍ਰਤੀਸ਼ਤ ਹੈ, ਤੇ ਇਸ ਤੋਂ ਬਾਅਦ ਤੁਸੀਂ ਫਿਰ ਮੈਨੂੰ ਇਹ ਵੀ ਦੱਸੋਗੇ ਕਿ ਪਾਣੀ ਵਾਲਾ ਹਿੱਸਾ ਕਿੰਨਾ ਰਹਿ ਗਿਆ ਫਿਰ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ, ਆਪਣੀ ਜਿਹੜੀ ਧਰਤੀ ਹੈ ਜੀ, ਇਹਦੇ ਵਿੱਚ ਜਿਹੜਾ ਧਰਤੀ ਵਾਲਾ ਭਾਗ ਹੈਗਾ ਵਾ ਉਹ ਥਲ ਭਾਗ ਉਹ ਹੈਗਾ ਘੱਟ, ਲਗਭਗ 29%। ਕਿੰਨਾ ਹੈ ਜੀ, 29%। ਬਾਕੀ ਰਹਿ ਕਿੰਨਾ ਗਿਆ, 71%। 71 ਤੇ 29 ਨੂੰ ਆਪਾਂ ਜਦੋਂ ਐਡ ਕਰਦੇ ਹਾਂ ਕਿੰਨਾ ਬਣ ਗਿਆ ਜੀ, ਬਣ ਗਿਆ ਨਾ 100, ਕਿ ਨਹੀਂ ਬਣਿਆ। ਸੋ ਇਹ ਬਣ ਗਿਆ ਟੋਟਲ। ਇਹਦਾ ਸਹੀ ਜਵਾਬ ਹੋ ਗਿਆ ਜੀ ਆਪਸ਼ਨ ਨੰਬਰ ਸੀ। ਵੇਖਦੇ ਹਾਂ ਜੀ ਇਹ ਜਿਹੜਾ ਦੂਜਾ ਪ੍ਰਸ਼ਨ ਹੈ, which of the following does not affect the location of industries। ਉਦਯੋਗਾਂ ਦੀ ਸਥਿਤੀ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਪ੍ਰਭਾਵਿਤ ਨਹੀਂ ਕਰਦਾ। ਹੁਣ ਤੁਸੀਂ ਕਹੋਗੇ ਸਰ ਉਦਯੋਗਾਂ ਲਈ ਵੀ ਇਸ ਗੱਲਾਂ ਨੇ ਮੈਟਰ ਕਰਦੀਆਂ ਨੇ, ਬਿਲਕੁਲ ਕਰਦੀਆਂ ਨੇ, ਕਿਉਂਕਿ ਜਦੋਂ ਵੀ ਮੰਨ ਲਓ ਕਿ ਤੁਸੀਂ ਕੋਈ ਵੀ ਚੈਨਲ ਦੀ ਵੀਡੀਓ ਵੇਖ ਰਿਹਾ, ਉਹ ਕੋਈ ਮਾਲਕ ਹੈ, ਮਤਲਬ ਉਹਨੇ ਕੋਈ ਫੈਕਟਰੀ ਖੋਲਣੀ ਆ, ਕੋਈ ਮੋਬਾਈਲ ਦੀ ਫੈਕਟਰੀ ਖੋਲਣੀ ਆ। ਮੰਨ ਲਓ ਕਿ ਕੋਈ ਸੈਮਸੰਗ ਮੋਬਾਈਲ ਦੀ ਉਹਨੇ ਫੈਕਟਰੀ ਖੋਲਣੀ ਆ, ਮੈਂ ਜਸਟ ਐਗਜ਼ਾਮਪਲ ਦੇ ਰਿਹਾ। ਜਦੋਂ ਉਹਨੇ ਫੈਕਟਰੀ ਖੋਲੂਗਾ ਤੇ ਉਹ ਕੀ ਵੇਖੂਗਾ ਕਿ ਮੈਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈਗੀ ਆ, ਕੀ ਇੱਥੇ ਅਵੇਲੇਬਲ ਹੈਗੀਆਂ। ਮੰਨ ਲਓ ਉਹਨੂੰ ਪਲਾਸਟਿਕ ਚਾਹੀਦਾ ਫੋਨ ਬਣਾਉਣ ਲਈ, ਜਸਟ ਐਗਜ਼ਾਮਪਲ ਹੀ ਸਮਝ ਲਓ, ਉਹਨੂੰ ਪਲਾਸਟਿਕ ਚਾਹੀਦਾ। ਸੋ ਵੇਖੂਗਾ ਕਿ ਮੈਨੂੰ ਕੱਚਾ ਮਾਲ ਮਿਲ ਰਿਹਾ ਜਿਹਦੇ ਤੋਂ ਮੈਂ ਪਲਾਸਟਿਕ ਬਣਾ ਸਕਾਂ। ਜੇ ਮੈਂ ਕੱਲ ਨੂੰ ਫੋਨ ਬਣਾ ਲੈਣਾ, ਕਿ ਨੇੜੇ ਕੋਈ ਮਾਰਕੀਟ ਹੈਗੀ ਆ ਜਿੱਥੇ ਮੇਰਾ ਜਿਹੜੇ ਫੋਨ ਹੈਗੇ ਉਹ ਛੇਤੀ ਤੋਂ ਛੇਤੀ ਵਿਕ ਸਕਣ, ਜਾਂ ਫਿਰ ਕਹਿ ਲਓ ਕਿ ਮੈਨੂੰ ਫੈਕਟਰੀ ਚਲਾਉਣ ਲਈ ਕਾਫੀ ਸਾਰੀਆਂ ਮਸ਼ੀਨਾਂ ਦੀ ਲੋੜ ਪਊਗੀ, ਕਿ ਇੱਥੇ ਪਾਵਰ ਵਗੈਰਾ ਹੈਗੀ ਆ। ਜੇਕਰ ਮੈਂ ਇੱਥੇ ਮਸ਼ੀਨਾਂ ਇੱਥੇ ਫੈਕਟਰੀ ਖੋਲ ਦਿੱਤੀ ਤੇ ਲੇਬਰ ਦੀ ਵੀ ਲੋੜ ਪੈਣੀ ਆ, ਕਿਉਂਕਿ ਲੇਬਰ ਹੀ ਕੰਮ ਕਰੂਗੀ ਨਾ ਉਸ ਫੈਕਟਰੀ ਦੇ ਵਿੱਚ, ਤੇ ਲੇਬਰ ਸਸਤੀ ਮੈਨੂੰ ਕੋਲ ਮਿਲ ਜਾਣੀ ਕਿ ਨਹੀਂ ਮਿਲੂਗੀ। ਸੋ ਇਸੇ ਤਰ੍ਹਾਂ ਹੀ ਕੱਚਾ ਮਟੀਰੀਅਲ ਹੋ ਗਿਆ, ਜਾਂ ਫਿਰ ਕਹਿ ਲਓ ਲੇਬਰ ਹੋਗੀ, એનર્ਜੀ ਪਾਵਰ ਹੋਗੀ। ਸੋ ਇਹਨਾਂ ਤਿੰਨਾਂ ਗੱਲਾਂ ਦਾ ਧਿਆਨ ਰੱਖਦੇ ਹੋ। ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕੱਚਾ ਮਾਲ ਹੋ ਗਿਆ, ਰॉ ਮਟੀਰੀਅਲ ਜਿਹਨੂੰ ਕਹਿ ਸਕਦੇ ਹੋ। ਧਰਤੀ ਵੀ ਤੁਹਾਨੂੰ ਚਾਹੀਦੀ ਹੈ, ਕਿਉਂਕਿ ਜਿਹੜੀ ਫੈਕਟਰੀ ਖੋਲੋਗੇ ਉਹ ਵੱਡੀ ਸਾਰੀ ਜਗ੍ਹਾ ਤੇ ਖੋਲੋਗੇ। ਪਾਣੀ ਵੀ ਚਾਹੀਦਾ ਤੁਹਾਨੂੰ ਫੈਕਟਰੀ ਦੇ ਵਿੱਚ, ਉਹਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ। ਲੇਬਰ ਚਾਹੀਦੀ ਹੈ ਤੁਹਾਨੂੰ, ਪੈਸੇ ਕਾਫੀ ਜ਼ਿਆਦਾ ਚਾਹੀਦੇ ਆ, ਜਿਹਨੂੰ ਪੂੰਜੀ ਕਹਿ ਸਕਦੇ ਹੋ, ਕੈਪੀਟਲ ਪਾਵਰ ਚਾਹੀਦਾ ਤੁਹਾਨੂੰ ਜੀ ਫੈਕਟਰੀ ਨੂੰ ਰਨ ਕਰਨ ਲਈ। ਟਰਾਂਸਪੋਰਟ, ਕਿ ਜੇਕਰ ਤੁਸੀਂ ਕੋਈ ਸਮਾਨ ਹੈਗਾ ਜੀ ਇੱਕ ਥਾਂ ਤੇ ਦੂਜੀ ਥਾਂ ਤੇ ਲੈ ਕੇ ਜਾਣ ਲਈ ਤੁਸੀਂ ਕੀ ਕਰੋਗੇ, ਤੁਹਾਨੂੰ ਟਰਾਂਸਪੋਰਟ ਦੀ ਵੀ ਲੋੜ ਪੈਣੀ ਆ। ਤੇ ਇਸ ਤੋਂ ਬਾਅਦ ਜਿਹੜਾ ਮਾਰਕੀਟ ਹੈ, ਕਿ ਜੋ ਕੁਝ ਤੁਸੀਂ ਹਨਾ ਵੇਚੋਗੇ, ਉਹਦੇ ਲਈ ਮੰਡੀਆਂ ਵੀ ਤਾਂ ਹੋਣੀਆਂ ਚਾਹੀਦੀਆਂ ਨਾ। ਜਿਵੇਂ ਕਿ ਹੁਣ ਰੌਲਾ ਪੈ ਰਿਹਾ ਕਿ ਕਿਸਾਨਾਂ ਦੀ ਜਿਹੜੀ ਫਸਲ ਹੈਗੀ ਆ, ਜੇਕਰ ਮੰਡੀਆਂ ਹੋਣ ਹੀ ਨਾ ਤੇ ਫਿਰ ਇਹ ਆਪਦੀ ਵਿਚਾਰੇ ਫਸਲ ਵੇਚਣ ਕਿੱਥੇ ਇਹ, ਠੀਕ ਹੈ ਨਾ। ਸੋ ਇਸੇ ਕਰਕੇ ਹੀ ਕਹਿੰਦੇ ਹੁੰਦੇ ਆ ਕਿ ਜਦੋਂ ਵੀ ਆਪਾਂ ਕੋਈ ਫੈਕਟਰੀ ਖੋਲਣੀ ਆ, ਆਪਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਠੀਕ ਹੈ ਜੀ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਏ, ਪਰ ਕੈਪੀਟਾ ਇਨਕਮ। ਇਹ ਨਹੀਂ ਮੈਟਰ ਕਰਦਾ, ਆ ਤਿੰਨੇ ਗੱਲਾਂ ਹੈਗੀਆਂ ਜੀ ਬੀ, ਡੀ ਤੇ ਸੀ, ਕਿ ਊਰਜਾ ਸ਼ਕਤੀ, ਮਜ਼ਦੂਰ ਤੇ ਕੱਚਾ ਮਾਲ, ਇਹ ਨਹੀਂ ਮੈਟਰ ਕਰਦਾ, ਪਰ ਕੈਪੀਟਾ ਇਨਕਮ ਹੈ ਜੀ ਉਹ ਮੈਟਰ ਕਰਦੀ ਹੈ। ਵੇਖਦੇ ਹਾਂ ਜੀ ਅਗਲੇ ਪ੍ਰਸ਼ਨ ਨੂੰ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਅ ਖਾਰਿਫ ਕ੍ਰੌਪ। ਹੇਠ ਲਿਖਿਆਂ ਵਿੱਚੋਂ ਕਿਹੜੀ ਖਾਰਿਫ ਫਸਲ ਹੈ? ਵੀਟ, ਮਸਟਰਡ, ਮੇਜ਼, ਨਨ ਆਫ ਅਬਵ। ਕਣਕ, ਸਰੋਂ, ਮੱਕੀ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਹੁਣ ਤੁਸੀਂ ਵੇਖੋ ਕਿ ਖਰੀਫ ਫਸਲ ਕਿਹੜੀ ਹੁੰਦੀ ਹੈ ਤੇ ਰਬੀ ਫਸਲ ਕਿਹੜੀ ਹੁੰਦੀ ਹੈ। ਸੋ ਮੈਂ ਤੁਹਾਡੇ ਸਾਹਮਣੇ ਰੱਖ ਦਿੰਨਾ। ਖਰੀਫ ਫਸਲ ਜਿਹੜੀਆਂ ਹੁੰਦੀਆਂ ਨੇ ਜੀ, ਉਹਦੇ ਵਿੱਚ ਆ ਜਾਂਦੀ ਹੈ ਜੀ ਕਾਟਨ ਆ ਜਾਂਦੀ ਹੈ, ਗਰਾਊਂਡ ਨਟ ਆ ਜਾਂਦਾ ਜੀ, ਮੇਜ਼ ਆ ਜਾਂਦਾ, ਉਹਦੇ ਵਿੱਚ ਚਾਵਲ ਜਿਹਨੂੰ ਰਾਈਸ ਕਹਿ ਦਿੰਦੇ ਆ ਜੀ ਉਹ ਵੀ ਆ ਜਾਂਦੀਆਂ ਜੀ। ਜੇ ਆਪਾਂ ਗੱਲ ਕਰੀਏ ਰਬੀ ਕ੍ਰੌਪਸ ਦੀਆਂ, ਉਹਦੇ ਵਿੱਚ ਬਰਲੇ ਆ ਜਾਂਦਾ, ਗ੍ਰਾਮ, ਚਣੇ ਵਗੈਰਾ ਕਹਿ ਦਿੰਦੇ ਆ, ਪੀਜ਼, ਮਟਰ ਹੋ ਗਈ, ਵੀਟ ਹੋ ਗਈ, ਕਣਕ ਜੀ, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ ਜੀ ਰਬੀ ਕ੍ਰੌਪਸ ਦੇ ਵਿੱਚ। ਸੋ ਵੇਖੋ ਇੱਥੇ ਤੁਹਾਡਾ ਜਵਾਬ ਕੀ ਹੋਏਗਾ ਜੀ ਖਰੀਫ ਕ੍ਰੌਪ ਦੇ ਵਿੱਚ। ਜੇ ਆਪਾਂ ਇੱਧਰ ਵੇਖੀਏ ਖਰੀਫ ਕ੍ਰੌਪ ਦੇ ਵਿੱਚ ਇੱਥੇ ਕਾਟਨ, ਗਰਾਊਂਡ ਨਟ, ਮੇਜ਼ ਐਂਡ ਰਾਈਸ ਲਿਖਿਆ ਹੋਇਆ। ਸੋ ਇੱਥੇ ਤੁਹਾਡਾ ਸਹੀ ਜਵਾਬ ਹੋ ਗਿਆ ਜੀ ਮੇਜ਼। ਮੱਕੀ ਜਿਹੜੀ ਹੁੰਦੀ ਹੈ ਇਹ ਤੁਹਾਡੀ ਖਰੀਫ ਕ੍ਰੌਪ ਹੈਗੀ ਆ। ਖਰੀਫ ਕ੍ਰੌਪ ਨੂੰ ਵੈਸੇ ਆਪਾਂ ਮਾਨਸੂਨੀ ਫਸਲਾਂ ਵੀ ਕਹਿ ਦਿੰਨੇ ਆ ਤੇ ਇਹਨੂੰ ਆਪਾਂ ਆਟਮ ਕ੍ਰੌਪਸ ਵੀ ਕਹਿ ਦਿੰਨੇ ਆ। ਸੋ ਆਪਸ਼ਨ ਨੰਬਰ ਸੀ ਤੁਹਾਡਾ ਸਹੀ ਜਵਾਬ ਹੈ ਜੀ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਅਗਲੇ ਪ੍ਰਸ਼ਨ ਨੂੰ ਜੇ ਵੇਖੀਏ ਤਾਂ ਵਿਚ ਸਟੇਟ ਇਜ਼ ਦਾ ਲਾਰਜੈਸਟ ਪ੍ਰੋਡਿਊਸਰ ਆਫ
ਬੌਕਸਾਈਟ। ਬੌਕਸਾਈਟ ਦਾ ਸਭ ਤੋਂ ਵੱਡਾ ਉਤਪਾਦਕ ਰਾਜ ਕਿਹੜਾ ਹੈ? ਵੈਸੇ ਤਾਂ ਚਲੋ ਸਟੈਟਿਕ ਬੇਸਡ ਹੀ ਪ੍ਰਸ਼ਨ ਹੈ। ਬੌਕਸਾਈਟ ਕਹਿ ਲਓ ਨਾ ਇੱਕ ਖਣਿਜ ਪਦਾਰਥ ਹੁੰਦਾ ਜਿਹਨੂੰ ਕਾਫੀ ਜ਼ਿਆਦਾ ਕੈਮੀਕਲ ਫੈਕਟਰੀਜ਼ ਦੇ ਵਿੱਚ, ਸਟੀਲ ਫੈਕਟਰੀਆਂ ਦੇ ਵਿੱਚ ਇਹਦੀ ਵਰਤੋਂ ਹੈ ਜੀ ਕੀਤੀ ਜਾਂਦੀ ਹੈ। ਸੋ ਸਾਰਿਆਂ ਨਾਲੋਂ ਵੱਡਾ ਪ੍ਰੋਡਿਊਸ ਕਿੱਥੇ ਕੀਤਾ ਜਾਂਦਾ? ਭਾਰਤ ਵਿੱਚ, ਬਿਹਾਰ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ओडिशा ਦੇ ਵਿੱਚ ਜਾਂ ਫਿਰ ਅਰੁਣਾਚਲ ਪ੍ਰਦੇਸ਼ ਦੇ ਵਿੱਚ। ਸੋ ਦੋਸਤੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਹੈ ਓਡੀਸ਼ਾ। ਓਡੀਸ਼ਾ ਦੇ ਵਿੱਚ ਜਿਹੜੀ ਕਹਿ ਲਓ ਵੀ ਹੈ ਨਾ ਇਹ ਸਾਰਿਆਂ ਨਾਲੋਂ ਵੱਡਾ ਉਤਪਾਦਕ ਰਾਜ ਹੈ। ਕਹਿੰਦੇ ਕਿ ਭਾਰਤ ਨਾਲੋਂ ਵੀ ਨਾ, ਭਾਰਤ ਦਾ ਕਹਿੰਦੇ ਕਿ ਜਿੰਨੇ ਬਾਕੀ ਰਾਜ ਨਹੀਂ ਕਰਦੇ ਉਹ ਅੱਧੇ ਨਾਲੋਂ ਵੱਧ ਤਾਂ ਇਹ ਕਰ ਜਾਂਦਾ, ਠੀਕ ਹੈ ਨਾ ਜੀ, ਓਡੀਸ਼ਾ। ਓਡੀਸ਼ਾ ਇਜ਼ ਦਾ ਰਾਈਟ ਆਂਸਰ। ਵੇਖਦੇ ਹਾਂ ਜੀ ਅਗਲੇ ਪ੍ਰਸ਼ਨ ਨੂੰ। ਅਗਲਾ ਜਿਹੜਾ ਪ੍ਰਸ਼ਨ ਹੈ, all the plant and animal in an area are interdependent and interrelated to each other in their physical environment. What is the name given to this interrelationship and interdependence? ਵੀ ਕਿਸੇ ਖੇਤਰ ਵਿੱਚ ਸਾਰੇ ਜਾਨਵਰ ਅਤੇ ਪੌਦੇ ਆਪਣੇ ਭੌਤਿਕ ਵਾਤਾਵਰਣ ਵਿੱਚ ਅੰਤਰ ਨਿਰਭਰ ਅਤੇ ਅੰਤਰ ਸੰਬੰਧਿਤ ਹਨ। ਸੋ ਇਸ ਅੰਤਰ ਨਿਰਭਰਤਾ ਅਤੇ ਅੰਤਰ ਸੰਬੰਧ ਨੂੰ ਨਾਮ ਕੀ ਦਿੱਤਾ ਜਾਂਦਾ ਹੈ? ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ। ਜਿਹੜੇ ਕਿ ਆਪਣੇ ਪਲਾਂਟਸ ਹੈਗੇ ਆ ਜੀ ਜਾਂ ਫਿਰ ਜਿਹੜੇ ਵੀ ਜਾਨਵਰ ਹੋਣ ਵੀ ਇੱਕ ਦੂਜੇ ਤੇ ਡਿਪੈਂਡੈਂਟ ਹੀ ਆ ਨਾ। ਵੀ ਜਿਹੜੇ ਵੀ ਜਾਨਵਰ ਹੈਗੇ ਉਹ ਕੀ ਖਾਂਦੇ ਆ? ਪਲਾਂਟਸ ਵਗੈਰਾ ਹੀ ਖਾਂਦੇ ਆ। ਮਤਲਬ ਵੈਸੇ ਕਈ ਜਾਨਵਰ ਵੀ ਖਾਂਦੇ ਆ ਬਟ ਹਿਰਨ ਵਰਗਾ ਜਿਹੜਾ ਜਾਨਵਰ ਹੈ ਉਹ ਕਿਹਦੇ ਤੇ ਡਿਪੈਂਡੈਂਟ ਹੈ? ਉਹ ਕ੍ਰੌਪਸ ਤੇ ਡਿਪੈਂਡੈਂਟ ਹੈ, ਫਸਲਾਂ ਹੀ ਖਾਂਦਾ, ਹੋਰ ਕੀ ਖਾਂਦਾ ਉਹ। ਸੋ ਮਤਲਬ ਇਹ ਕਿ ਇਹ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਹੁੰਦੀਆਂ ਇੱਕ ਦੂਜੇ ਤੇ ਡਿਪੈਂਡੈਂਟ ਹੈ। ਇਹਨਾਂ ਨੂੰ ਆਪਾਂ ਇੱਕ ਨਾਮ ਦਿੰਨੇ ਆ। ਉਸ ਨਾਮ ਦਾ ਕੀ ਹੈ ਜੀ? ਕਿਹੜਾ ਨਾਮ ਦਿੰਨੇ ਆਪਾਂ ਨੂੰ? ਕੀ ਆਪਾਂ ਇਹਨੂੰ ਫਿਜ਼ੀਕਲ এনवायरमेंट ਕਹਿੰਦੇ ਆ, ਭੌਤਿਕ ਵਾਤਾਵਰਣ, ਜਾਂ ਫਿਰ ਆਪਾਂ ਇਹਨੂੰ ਫੂਡ ਚੇਨ ਕਹਿੰਦੇ ਆ, ਕਿ ਆਪਾਂ ਇਹਨੂੰ ਭੋਜਨ ਲੜੀ ਕਹਿੰਦੇ ਆ, ਜਾਂ ਫਿਰ ਇਕੋਸਿਸਟਮ ਵਾਤਾਵਰਣ ਪ੍ਰਣਾਲੀ, ਜਾਂ ਫਿਰ ਆਲ ਦ ਅਬਵ, ਕਿ ਆਪਾਂ ਇਹਨਾਂ ਨੂੰ ਸਾਰੇ ਹੀ ਕਹਿੰਦੇ ਆ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਹੈ ਇਕੋਸਿਸਟਮ। ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ? ਇਕੋਸਿਸਟਮ ਕਹਿੰਦੇ ਆ। ਸੋ ਇਹਦਾ ਜਵਾਬ ਹੋ ਗਿਆ ਆਪਸ਼ਨ ਨੰਬਰ ਸੀ। ਚਲਦੇ ਹਾਂ ਅਗਲੇ ਪ੍ਰਸ਼ਨ ਤੇ। देयर इज अ डिफरेंस इन द ड्यूरेशन ऑफ सनलाइट एट डिफरेंट प्लेसेस ड्यू टू ਕਿ ਵੱਖ-ਵੱਖ ਸਥਾਨਾਂ ਤੇ ਸੂਰਜ ਦੀ ਰੋਸ਼ਨੀ ਦਾ ਅੰਤਰਾਲ ਡੈਸ਼ ਦੇ ਕਾਰਨ ਵੱਖ ਹੁੰਦਾ ਹੈ। ਡਿਫਰੈਂਸ ਇਨ ਐਲਟੀਟਿਊਡ, ਡਿਫਰੈਂਸ ਇਨ ਵਾਟਰ ਬੋਡੀਜ਼, ਡਿਫਰੈਂਟ ਇਨ ਲੌਂਗੀਟਿਊਡਸ, ਡਿਫਰੈਂਟ ਇਨ ਲੈਟੀਟਿਊਡਸ। ਵੀ ਵੱਖ-ਵੱਖ ਸਥਾਨਾਂ ਤੇ ਸੂਰਜ ਦੀ ਰੋਸ਼ਨੀ ਦਾ ਅੰਤਰਾਲ ਡੈਸ਼ ਦੇ ਕਾਰਨ ਵੱਖ ਹੁੰਦਾ ਹੈ। ਉਚਾਈ ਦੇ ਅੰਤਰ ਕਾਰਨ, ਜਲ ਸੰਗਠਨ ਵਿੱਚ ਅੰਤਰ ਕਾਰਨ, ਲੰਬਕਾਰ ਵਿੱਚ ਅੰਤਰ ਕਾਰਨ, ਜਾਂ ਫਿਰ ਵਿਤਕਾਰ ਵਿੱਚ ਅੰਤਰ ਕਾਰਨ। ਵੈਸੇ ਦੋਸਤੋ ਇਹਦਾ ਜਿਹੜਾ ਜਵਾਬ ਹੋਏਗਾ ਨਾ ਉਹ ਆਪਸ਼ਨ ਨੰਬਰ ਡੀ ਹੈ। ਹੁਣ ਤੁਸੀਂ ਪੁੱਛੋਗੇ ਕਿ ਸਰ ਲੈਟੀਟਿਊਡ ਤੇ ਲੌਂਗੀਟਿਊਡ ਹੁੰਦਾ ਕੀ ਹੈ, ਸਾਨੂੰ ਇਹ ਵੀ ਤਾਂ ਦੱਸ ਦਿਓ। ਸੋ ਬਿਲਕੁਲ ਮੈਂ ਤੁਹਾਨੂੰ ਨਾ ਇਹਨੂੰ ਮੈਪ ਦੇ ਥਰੂ ਦੱਸਦਾ, ਗਲੋਬ ਵਿਖਾਉਣਾ ਕਿ ਇਹ ਲੌਂਗੀਟਿਊਡ ਕੀ ਹੁੰਦਾ ਹੈ ਤੇ ਲੈਟੀਟਿਊਡ ਕੀ ਹੁੰਦੇ ਆ। ਲੌਂਗੀਟਿਊਡ ਨੂੰ ਯਾਦ ਕਰ ਲਿਓ, ਪੰਜਾਬੀ ਵਿੱਚ ਇਹਨੂੰ ਆਪਾਂ ਕਹਿੰਦੇ ਆ ਲੰਬਕਾਰ, ਤੇ ਲੈਟੀਟਿਊਡ ਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਵਿਤਕਾਰ। ਸੋ ਤੁਸੀਂ ਆ ਵੇਖ ਸਕਦੇ ਹੋ ਇੱਕ ਨਾ ਗਲੋਬ ਟਾਈਪ ਦੀ ਡਾਇਗਰਾਮ ਆ। ਇਹ ਐਨਸੀਈਆਰਟੀ ਦੀ ਵੈਸੇ ਕਿਤਾਬ ਹੈਗੀ ਆ। ਇਹਦੇ ਵਿੱਚ ਵੇਖੋ ਆਹ ਵਾਲੀਆਂ ਜਿਹੜੀਆਂ ਰੇਖਾਵਾਂ ਹੈਗੀਆਂ ਨਾ, ਆਹ ਵਾਲੀਆਂ, ਇਹ ਗਲੋਬ ਹੈ। ਇਹਨੂੰ ਆਪਾਂ ਕਹਿੰਦੇ ਆ, ਇਹਨੂੰ ਆਪਾਂ ਲੈਟੀਟਿਊਡ ਕਹਿੰਦੇ ਆ। ਤੇ ਵੇਖੋ ਪੈਰਲਲਸ ਆਫ ਲੈਟੀਟਿਊਡ ਇੱਥੇ ਲਿਖਿਆ ਵੀ ਹੋਇਆ। ਤੇ ਦੋਸਤੋ ਇਹ ਜਿਵੇਂ ਜਿਵੇਂ ਧਰੁਵ ਵੱਲ ਨੂੰ ਜਾਂਦੇ ਆ ਨਾ ਆਪਾਂ, ਇਹਨਾਂ ਦੀ ਜਿਹੜੀ ਲੰਬਾਈ ਹੈ ਉਹ ਘਟਦੀ ਜਾਂਦੀ ਹੈ, ਠੀਕ ਹੈ ਨਾ ਜੀ। ਸੋ ਇਹਨਾਂ ਦੀ ਕਹਿ ਲਓ ਕਿ ਇੱਕ ਪਾਸੇ ਦੂਜੇ ਪਾਸੇ ਜੇ ਵੇਖੋ ਤੁਸੀਂ, ਇਹ ਕਿਹੜੀ ਲਾਈਨਾਂ ਹੈਗੀਆਂ ਜੀ? ਇਹ ਹੈਗੀਆਂ ਲੌਂਗੀਟਿਊਡ। ਜਿਹੜੀਆਂ ਲੰਮੀਆਂ ਲੰਮੀਆਂ ਲਾਈਨਾਂ ਹੁੰਦੀਆਂ ਨਾ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ? ਇਹਨਾਂ ਨੂੰ ਆਪਾਂ ਲੌਂਗੀਟਿਊਡ ਕਹਿੰਦੇ ਆ। ਵੇਖ ਸਕਦੇ ਹੋ ਤੁਸੀਂ, ਇਹ ਵੇਖੋ ਤੁਸੀਂ ਮੈਰੀਡੀਅਨ ਆਫ ਲੌਂਗੀਟਿਊਡ। ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਇਹ ਲੈਟੀਟਿਊਡ ਹੈ, ਮਤਲਬ ਕਿ ਆਪਣੀ ਜਿਹੜੀ ਧਰਤੀ ਹੈ ਉਹ ਸਾਡੀ 23 ਡਿਗਰੀ ਝੁਕੀ ਹੋਈ ਹੈ ਨਾ, ਉਸ ਝੁਕੇ ਹੋਣ ਦੇ ਕਾਰਨ ਵੀ ਇਹ ਜਿਹੜੀਆਂ ਲਾਈਨਾਂ ਹੁੰਦੀਆਂ ਹੈਗੀਆਂ ਜੀ ਲੈਟੀਟਿਊਡ ਲਾਈਨਾਂ, ਇਹਨਾਂ ਦੇ ਅੰਤਰ ਕਾਰਨ ਹੀ, ਮਤਲਬ ਕਿ ਇੱਕ ਟਾਈਮ ਤੇ ਕਹਿ ਲਓ ਨਾ ਵੀ ਕਿਤੇ ਕਿਤੇ ਜਿਹੜੀਆਂ ਸੂਰਜ ਦੀ ਜਿਹੜੀ ਰੋਸ਼ਨੀ ਹੁੰਦੀ ਹੈ ਉਹ ਤਿਰਛੀ ਪੈਂਦੀ ਆ, ਟੇਢੀ ਪੈਂਦੀ ਆ। ਮਤਲਬ ਕਿ ਉਹ ਟੇਢੀ ਪੈਣ ਕਰਕੇ ਨਾ ਡਿਊਰੇਸ਼ਨ ਹੈ ਨਾ ਜਿਹੜੀ ਧੁੱਪ ਦੀ ਰੋਸ਼ਨੀ ਦੀ, ਕਿਤੇ ਤਾਂ ਜ਼ਿਆਦਾ ਟਾਈਮ ਤੱਕ ਪੈ ਜਾਂਦੀ ਹੈ, ਕਿਤੇ ਤਾਂ ਘੱਟ ਟਾਈਮ ਤੱਕ ਪੈਂਦੀ ਹੈ, ਠੀਕ ਹੈ ਨਾ ਜੀ। ਮਤਲਬ ਮੰਨ ਲਓ ਕਿ ਸੂਰਜ ਦੀਆਂ ਰੋਸ਼ਨੀ ਜਦੋਂ ਐਵੇਂ ਪੈਂਦੀਆਂ ਨੇ, ਜਦੋਂ ਸੂਰਜ ਦੀਆਂ ਰੋਸ਼ਨੀਆਂ ਐਵੇਂ ਪੈਣਗੀਆਂ ਤੇ ਆਹ ਵਾਲੀ ਸਾਈਡ ਤੇ ਤਾਂ ਫਿਰ ਘੱਟ ਰੋਸ਼ਨੀ ਪੈਣੀ ਆ, ਠੀਕ ਹੈ ਨਾ। ਇੱਧਰ ਤਾਂ ਸਿੱਧੀ ਰੋਸ਼ਨੀ ਪੈ ਰਹੀ ਆ ਤੇ ਬਾਕੀ ਵਾਲੇ ਪਾਸੇ ਜੇ ਸਿੱਧੀ ਨਹੀਂ ਪੈਣੀ ਆ, ਠੀਕ ਹੈ ਨਾ ਜੀ। ਸੋ ਇਹਦੇ ਕਰਕੇ ਜਿਹੜੀ ਡਿਊਰੇਸ਼ਨ ਹੈ ਤੁਹਾਨੂੰ ਰੋਸ਼ਨੀ ਦੀ ਉਹ ਤੁਹਾਨੂੰ ਘੱਟ ਵੱਧ ਵੇਖਣ ਨੂੰ ਮਿਲਦੀ ਆ। ਸੋ ਇਹ ਗੱਲ ਕੀਤੀ ਸੀਗੀ ਜੀ ਕਿ ਡਿਊਰੇਸ਼ਨ ਤੁਹਾਨੂੰ ਸੂਰਜ ਦੀ ਰੋਸ਼ਨੀ ਦੀ ਜ਼ਿਆਦਾ ਟਾਈਮ ਤੱਕ ਕਿੱਥੇ ਵੇਖਣ ਨੂੰ ਜ਼ਿਆਦਾ ਮਿਲਦੀ ਆ ਤੇ ਕਿੱਥੇ ਘੱਟ ਵੇਖਣ ਨੂੰ ਮਿਲਦੀ ਆ, ਇਹ ਸਾਰਾ ਕੁਝ ਇਹਦੇ ਕਰਕੇ ਹੀ ਹੁੰਦਾ। ਸੋ ਇਹਦੇ ਅਕੋਰਡਿੰਗ ਜਿਹੜਾ ਤੁਹਾਡਾ ਸਹੀ ਜਵਾਬ ਬਣਿਆ ਜੀ ਉਹ ਕੀ ਬਣਿਆ ਜੀ? ਆਪਸ਼ਨ ਨੰਬਰ ਡੀ। ਆਪਸ਼ਨ ਨੰਬਰ ਡੀ ਨੂੰ ਕਰੋ ਟਿਕ। ਤੇ ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਬਾਰੇ ਜੇ ਆਪਾਂ ਗੱਲ ਕਰੀਏ, which of the following is the largest peninsula? ਪੈਨਿਨਸੂਲਾ ਹੁੰਦਾ ਕੀ ਹੈ ਜੀ? ਪਹਿਲਾਂ ਤਾਂ ਆਪਾਂ ਇਹ ਸਮਝ ਲੈਂਦੇ ਹਾਂ। ਪੈਨਿਨਸੂਲਾ ਇੱਕ ਇਹੋ ਜੀ ਜਗ੍ਹਾ ਹੁੰਦੀ ਆ ਜਾਂ ਫਿਰ ਕਹਿ ਲਓ ਕਿ ਇੱਕ ਇਹੋ ਜਿਹਾ ਭਾਗ ਹੁੰਦਾ ਜਿਹੜਾ ਕਿ ਤਿੰਨਾਂ ਪਾਸਿਓਂ ਨਾ ਪਾਣੀ ਨਾਲ ਘਿਰਿਆ ਹੋਵੇ ਤੇ ਇੱਕ ਪਾਸਿਓਂ ਬਸ ਨਾ ਵੀ ਧਰਤੀ ਨਾਲ ਹੋਵੇ, ਮਤਲਬ ਕਿ ਲੈਂਡ ਜਿਹੜੀ ਬਾਡੀ ਆ ਸਿਰਫ ਇੱਕ ਪਾਸਿਓਂ ਹੀ ਕਨੈਕਟਡ ਹੋਵੇ। ਭਾਵ ਇਹ ਕਿ ਤਿੰਨਾਂ ਪਾਸਿਓਂ ਤੋਂ ਕੀ ਹੋਵੇ ਜੀ? ਉਹ ਪਾਣੀ ਨਾਲ ਘਿਰਿਆ ਹੋਵੇ, ਠੀਕ ਹੈ ਜੀ। ਤਿੰਨਾਂ ਪਾਸਿਓਂ ਤੋਂ ਪਾਣੀ ਨਾਲ ਘਿਰਿਆ ਹੋਵੇ। ਸੋ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਉਪ ਮਹਾਦੀਪ ਕਿਹੜਾ ਹੈ ਇਹਨਾਂ ਦੇ ਵਿੱਚ ਸਾਰਿਆਂ ਨਾਲੋਂ ਵੱਡਾ? ਕੀ ਉਹ ਇੰਡੀਆ ਹੈ, ਕੀ ਉਹ ਸਾਊਥ ਅਫਰੀਕਾ ਹੈ, ਜਾਂ ਫਿਰ ਅਰੇਬੀਆ ਹੈ, ਜਾਂ ਫਿਰ ਡੀ, ਬੋਥ ਏ ਐਂਡ ਬੀ। ਸੋ ਦੋਸਤੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੈ? ਆਪਸ਼ਨ ਨੰਬਰ ਸੀ, ਅਰੇਬੀਆ। ਅਰੇਬੀਆ ਕੀ ਹੈ ਜੀ? ਅਰਬ ਦਾ ਜਿਹੜਾ ਕਹਿ ਲਓ ਇਹ ਲਾਰਜੈਸਟ ਪੈਨਿਨਸੂਲਾ ਹੈ। ਸੋ ਆਪਸ਼ਨ ਨੰਬਰ ਸੀ ਤੇ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ ਇਹਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਹੈ?
ਵਿਚ ਪਾਸ ਲਿੰਕ ਸ਼੍ਰੀਨਗਰ ਟੂ ਲੇ, ਕਿ ਸ਼੍ਰੀਨਗਰ ਅਤੇ ਲੇਹ ਨੂੰ ਕਿਹੜਾ ਦर्रा जोड़ता है। वैसे तो चलो है तो स्टैटिक बेस दी प्रश्न, बट दसो ਇਹਦਾ ਕੀ ਜਵਾਬ ਹੋਏਗਾ। वैसे ਤੁਹਾਨੂੰ ਇਹ ਪਤਾ ਕਿ ਪਾਸ ਹੁੰਦਾ ਕੀ ਹੈ? ਪਾਸ ਨਾ ਇੱਕ ਗੈਪ ਹੁੰਦਾ ਜਾਂ ਫਿਰ ਕਹ ਲਓ ਇੱਕ ਬ੍ਰੇਕ ਜੀ ਹੁੰਦੀ ਆ। ਮਤਲਬ ਕਿ ਪਰਬਤਾਂ ਤੇ ਜੇ ਆਪਾਂ ਜਾਣਾ, ਤੁਹਾਨੂੰ ਪਤਾ ਕਿ ਹੈ ਨਾ ਬਰਫ਼ ਵਗੈਰਾ ਜੰਮੀ ਰਹਿੰਦੀ ਆ ਤੇ ਉੱਥੇ ਕੋਈ ਰਾਹ ਨਹੀਂ ਹੁੰਦਾ, ਤੇ ਪ੍ਰਾਕਿਰਤਿਕ ਵੇ ਨਾਲ ਨਾ ਕੁਝ ਰਾਹ ਆਪਣੇ ਆਪ ਹੀ ਬਣ ਜਾਂਦੇ ਆ। ਸੋ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਜੀ? ਉਹਨਾਂ ਨੂੰ ਆਪਾਂ ਕਹਿੰਦੇ ਆ ਪਾਸ। ਠੀਕ ਹੈ ਜੀ। ਸੋ ਉਸ ਪਾਸ ਦੇ ਥਰੂ ਹੀ ਆਪਾਂ ਕੀ ਕਰ ਸਕਦੇ ਹੁੰਨੇ ਆ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹੁੰਨੇ ਆ। ਸੋ ਸ਼੍ਰੀਨਗਰ ਤੋਂ ਲੈ ਕੇ ਲੇਹ ਤੱਕ ਇੱਕ ਪਾਸ ਹੈਗਾ, ਉਹਨੂੰ ਕੀ ਉਹਦਾ ਨਾਮ ਹੈ ਜੀ? ਉਹ ਕੀ ਹੈ? ਕੀ ਉਹ रोहतास पास है, माना पास है, जोजिला पास है, फिर नथुला पास। सो इत्थे जिहड़ा तुहाडा सही जवाब है जी वो है जोजिला पास। श्रीनगर तो लैके लेह तक जिहड़ा पास जाता है उन्होंने आपां जोजिला दर्रा कहते हैं। अगले प्रश्न ते चलदे हां, विच ऑफ द फॉलोइंग इज द स्टैंडर्ड मेरिडियन ऑफ इंडिया। तुहानूं ये भी पता होना चाहिए कि स्टैंडर्ड मेरिडियन ऑफ इंडिया है कि इहदी जिहड़ी वरतों कीती जांदी है वो क्यों कीती जांदी है। ते पहलां तां वेखो कि इहदा सही जवाब होऊगा कि भारत दा मानक मध्याह्न म्यारी मेरिडियन किहड़ा है। सो ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਮੈਂ ਤੁਹਾਨੂੰ ਪਹਿਲਾਂ ਤਾਂ ਜਵਾਬ ਦੱਸਦਾ ਜੀ ਤੇ ਫਿਰ ਮੈਂ ਤੁਹਾਨੂੰ ਡਾਇਗਰਾਮ ਵਿਖਾਉਣਾ। ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਡੀ 82.5 ਡਿਗਰੀ 30 ਮਿੰਟ ਈਸਟ। ਤੁਸੀਂ ਇੱਕ ਨਕਸ਼ਾ ਵੇਖ ਪਾ ਰਹੇ ਹੋਵੋਗੇ। ਸੋ ਇੱਥੇ ਜਿਹੜੀ ਇਹ ਆਪਣਾ ਕੀ ਹੈ ਜੀ? ਇਹ ਆਪਣਾ ਭਾਰਤ ਨਕਸ਼ਾ ਹੈ ਜੀ। ਸੋ ਇਹਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਆਹ ਜਿਹੜੀ ਲਾਈਨ ਜਾ ਰਹੀ ਹੈ ਨਾ ਇੱਥੋਂ, ਆਹ ਵਾਲੀ ਲਾਈਨ, ਇੱਕ ਵਾਰ ਇਹਨੂੰ ਮੈਂ ਥੋੜਾ ਜਿਹਾ ਕਹਿ ਲਓ ਨਾ ਵੀ ਬੋਲਡ ਜਿਹਾ ਕਰ ਦਵਾਂ ਲਾਈਨ ਨੂੰ, ਤੁਹਾਨੂੰ ਲਾਈਨ ਵੇਖ ਨਹੀਂ ਰਹੀ ਹੋਣੀ। ਸੋ ਆਹ ਵੇਖੋ, ਆਹ ਵਾਲੀ ਜਿਹੜੀ ਲਾਈਨ ਜਾ ਰਹੀ ਹੈ ਨਾ ਇੱਥੋਂ ਭਾਰਤ ਦੇ ਵਿਚਾਲੇ, ਆਹ ਵਾਲੀ ਜਿਹੜੀ ਲਾਈਨ ਹੈ ਨਾ ਇਹਨੂੰ ਹੀ ਆਪਾਂ ਸਟੈਂਡਰਡ ਮੈਰੀਡੀਅਨ ਕਹਿੰਦੇ ਆ। ਸਟੈਂਡਰਡ ਮੈਰੀਡੀਅਨ ਦਾ ਭਾਵ ਕੀ ਆ? ਇੱਥੋਂ ਆਪਾਂ ਕੀ ਕਰਦੇ ਆ ਜੀ? ਟਾਈਮ ਨੂੰ ਮੈਜ਼ਰ ਕਰਦੇ ਆ। ਵੈਸੇ ਇਹ ਨਾ ਇਲਾਹਾਬਾਦ ਦੇ ਇੱਕ ਇੱਥੇ ਕਹਿੰਦਾ ਮਿਰਜ਼ਾਪੁਰ ਜਗ੍ਹਾ ਹੈਗੀ ਆ ਯੂਪੀ ਦੇ, ਉੱਥੋਂ ਇਹ ਮੇਨ ਨਾ ਹੋ ਕੇ ਜਾਂਦੀ ਆ ਆਹ ਵਾਲੀ ਜਿਹੜੀ ਲਾਈਨ ਆ 82.5 ਡਿਗਰੀ, ਉੱਥੋਂ ਹੀ ਪੂਰੇ ਭਾਰਤ ਦਾ ਜਿਹੜਾ ਟਾਈਮ ਹੈ ਜੀ ਮੈਜ਼ਰ ਕੀਤਾ ਜਾਂਦਾ। ਠੀਕ ਹੈ ਨਾ ਜੀ। ਸੋ ਇੱਥੋਂ ਜਿਹੜੀ ਲਾਈਨ ਹੈ ਨਾ ਜੀ 82.5 ਡਿਗਰੀ 30 ਇੰਚ, ਇੱਥੋਂ ਮਤਲਬ ਕਿ ਇਹਨੂੰ ਹੀ ਆਪਾਂ ਕੀ ਕਹਿੰਦੇ ਆ ਜੀ? ਇਹਨੂੰ ਆਪਾਂ ਸਟੈਂਡਰਡ ਮੈਰੀਡੀਅਨ ਕਹਿੰਦੇ ਆ। ਤੇ ਦੋਸਤੋ ਇਹਦੇ ਵਿੱਚ ਹੁਣ ਮੈਪ ਤਾਂ ਚਲੋ ਮੈਂ ਓਪਨ ਕੀਤਾ ਹੀ ਆ, ਤੁਹਾਨੂੰ ਮੈਂ ਇੱਕ ਅੱਧੇ ਹੋਰ ਪ੍ਰਸ਼ਨ ਦੱਸ ਦੇਣਾ ਜਿਹੜੇ ਕਿ ਇੱਥੋਂ ਬਣ ਸਕਦੇ ਆ। ਜਿਵੇਂ ਕਿ ਵੇਖੋ ਇੱਥੇ ਕੀ ਹੈ ਜੀ? ਇੱਥੇ ਵੇਖੋ ਇੱਥੇ ਕੀ ਹੈ? ਜੰਮੂ ਕਸ਼ਮੀਰ। ਜੰਮੂ ਕਸ਼ਮੀਰ ਤੋਂ ਲੈ ਕੇ ਇੱਥੇ ਤਾਮਿਲਨਾਡੂ ਤੇ ਕੇਰਲਾ ਵਾਲੇ ਪਾਸਿਓਂ ਜੇਕਰ ਤੁਸੀਂ ਇੱਥੇ ਤੱਕ ਜਾਂਦੇ ਹੋ ਨਾ ਤੇ ਇਹਨਾਂ ਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈ ਜੀ? ਇਹ ਹੈ ਜੀ 3214। ਯਾਦ ਕਰ ਲਿਓ, ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਦੀ ਜਿਹੜੀ ਲੰਬਾਈ ਹੈ ਭਾਰਤ ਦੀ ਉਹ ਕਿੰਨੀ ਹੈ ਜੀ? 3214 ਕਿਲੋਮੀਟਰ। ਇੱਥੇ ਲਿਖਿਆ ਵੀ ਹੋਇਆ 3214 ਕਿਲੋਮੀਟਰ। ਕਾਫੀ ਵਾਰ ਪੇਪਰਾਂ ਦੇ ਵਿੱਚ ਪੁੱਛ ਲਿਆ ਜਾਂਦਾ, ਤਾਈਓ ਕਰਕੇ ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ। ਤੇ ਜੇਕਰ ਆਪਾਂ ਗੱਲ ਕਰੀਏ ਇੱਧਰ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਇੱਧਰ ਗੁਜਰਾਤ ਤੱਕ, ਇਹਦੀ ਜਿਹੜੀ ਲੰਬਾਈ ਹੈ ਜੀ ਉਹ ਕਿੰਨੀ ਹੈ? 2933 ਕਿਲੋਮੀਟਰ। 2933 ਕਿਲੋਮੀਟਰ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਕਹਿ ਲਓ ਕਿ ਗੁਜਰਾਤ ਤੱਕ ਦੀ ਜਿਹੜੀ ਲੰਬਾਈ ਹੈ ਉਹ ਤੁਹਾਨੂੰ ਵੇਖਣ ਨੂੰ ਇੱਥੇ ਮਿਲਦੀ ਹੈ। ਠੀਕ ਹੈ ਨਾ ਜੀ। ਸੋ ਇਹਨੂੰ ਰੱਟ ਲਓ ਚੰਗੀ ਤਰ੍ਹਾਂ, ਇਹ ਗੱਲਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦਾ। ਤੁਸੀਂ ਆਪਸ਼ਨ ਨੰਬਰ ਡੀ ਨੂੰ ਟਿਕ ਕਰ ਹੀ ਲਿਆਉਣਾ। ਇਸ ਦੇ ਨਾਲ ਹੀ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਅਗਲੇ ਪ੍ਰਸ਼ਨ ਦੇ ਵਿੱਚ ਮੈਂ ਤੁਹਾਨੂੰ ਨਾ ਕੀ ਕਰਦਾ ਜੀ ਕਿ ਮੈਂ ਨਾ ਦੋ ਚਾਰ ਗੱਲਾਂ ਹੋਰ ਦੱਸ ਦਿੰਨਾ ਜਿੱਥੇ ਜਿਹੜੇ ਤੁਹਾਡੇ ਐਸਐਸਟੀ ਦੇ ਜਿਹੜੇ ਕੁਐਸਚਨ ਹੈ ਜੀ ਉਹ ਪੁੱਛ ਲਏ ਜਾਂਦੇ ਆ। ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੀ ਜਿਹੜੀ ਧਰਤੀ ਹੈ ਨਾ ਉਹਦੇ ਵਿੱਚ 3 ਰੇਖਾਵਾਂ ਹੋ ਕੇ ਲੰਘਦੀਆਂ, 3 ਇਮੇਜਿਨਰੀ ਲਾਈਨਸ ਜਿਹਨੂੰ ਵੇਖਿਆ ਤਾਂ ਨਹੀਂ ਜਾ ਸਕਦਾ, ਆਪਾਂ ਖੁਦ ਹੀ ਉਹਨੂੰ ਡਰਾ ਕੀਤਾ ਹੋਇਆ। ਇੱਕ ਤਾਂ ਹੈਗੀ ਹੈ ਜੀ ਇਕੁਏਟਰ, ਜਿਹਨੂੰ ਤੁਸੀਂ ਪੰਜਾਬੀ ਵਿੱਚ ਭੂਮੱਧ ਰੇਖਾ ਕਹਿੰਦੇ ਹੋ। ਠੀਕ ਹੈ ਜੀ। ਕੀ ਕਹਿੰਦੇ ਹੋ ਉਹਨੂੰ? ਆਪਾਂ ਭੂਮੱਧ ਰੇਖਾ ਕਹਿੰਦੇ ਆ, ਜਿਹੜੀ ਕੀ ਕਰਦੀ ਹੈ ਜੀ ਇੱਥੋਂ ਹੋ ਕੇ ਲੰਘ ਰਹੀ। ਜਿਵੇਂ ਮੈਂ ਰੈਡ ਨਾਲ ਮਾਰਕ ਕਰ ਰਿਹਾ ਨਾ, ਇੱਥੋਂ ਹੋ ਕੇ ਲੰਘਦੀ ਆ। ਇੱਕ ਜਿਹੜੀ ਰੇਖਾ ਹੈਗੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਜੀ? ਉਹਨੂੰ ਆਪਾਂ ਕਹਿੰਦੇ ਆ ਟ੍ਰੋਪਿਕ ਆਫ ਕੈਂਸਰ, ਉਹਨੂੰ ਆਪਾਂ ਕਹਿੰਦੇ ਆ ਕਰਕ ਰੇਖਾ, ਜਿਹੜੀ ਕਿ ਨਾਰਥ ਅਮਰੀਕਾ ਤੋਂ, ਅਫਰੀਕਾ ਤੋਂ ਤੇ ਏਸ਼ੀਆ ਤੋਂ ਹੋ ਕੇ, ਮਤਲਬ ਕਿ ਆਪਣੇ ਭਾਰਤ ਦੇ ਵੀ 8 ਜਿਹੜੇ ਰਾਜ ਹੈਗੇ ਆ ਜੀ, ਮੈਂ ਉਹਨਾਂ ਨੂੰ ਵੀ ਦੱਸੂਗਾ ਤੁਹਾਨੂੰ ਕਿਹੜੇ ਰਾਜ ਹੈਗੇ ਆ, ਬਟ ਉਹਦਾ ਜਦੋਂ ਪ੍ਰਸ਼ਨ ਆਇਆ ਮੈਂ ਉਦੋਂ ਦੱਸੂਗਾ। ਸੋ ਇੱਥੇ ਕਿਹੜੀ ਰੇਖਾ ਲੰਘਦੀ ਹੈ ਜੀ? ਇਹਨੂੰ ਆਪਾਂ ਕਹਿੰਦੇ ਆ ਟ੍ਰੋਪਿਕ ਆਫ ਕੈਂਸਰ। ਟ੍ਰੋਪਿਕ ਆਫ ਕੈਂਸਰ, ਟ੍ਰੋਪਿਕ ਆਫ ਕੈਂਸਰ ਨੂੰ ਪੰਜਾਬੀ ਚ ਕਹਿੰਦੇ ਆ ਕਰਕ ਰੇਖਾ। ਤੇ ਇੱਕ ਥੱਲਿਓਂ ਲੰਘਦੀ ਹੈ ਜਿਹੜੀ ਕਿ ਸਾਊਥ ਅਮਰੀਕਾ ਦੇ ਹੋ ਕੇ ਇੱਧਰ ਥੋੜਾ ਜਿਹਾ ਹਿੱਸਾ ਇਹਦਾ ਅਫਰੀਕਾ ਦਾ ਹੁੰਦਾ ਤੇ ਇਸ ਤੋਂ ਬਾਅਦ ਜਾਂਦੀ ਹੈ ਜੀ ਆਸਟ੍ਰੇਲੀਆ ਦੇ ਵਿੱਚ, ਇਸ ਤੋਂ ਬਾਅਦ ਇੱਧਰ ਨਿਕਲ ਜਾਂਦੀ ਆ। ਸੋ ਇਹ ਕਿਹੜੀ ਰੇਖਾ ਹੈਗੀ ਜੀ? ਟ੍ਰੋਪਿਕ ਆਫ ਕੈਪਰੀਕੌਨ। ਇਹਨੂੰ ਤੁਸੀਂ ਕਹਿੰਦੇ ਹੋ ਮਕਰ ਰੇਖਾ। ਕੀ ਕਹਿੰਦੇ ਹੋ ਜੀ ਇਹਨੂੰ ਤੁਸੀਂ ਕਹਿੰਦੇ ਹੋ ਮਕਰ ਰੇਖਾ। ਇੱਕ ਜਿਹੜੀ ਵਿਚਾਲੇ ਵਾਲੀ ਜਿਹੜੀ ਲਾਈਨ ਆ ਉਹਨੂੰ ਕਹਿੰਦੇ ਹੋ ਇਕੁਏਟਰ ਭੂਮੱਧ ਰੇਖਾ, ਤੇ ਜਿਹੜੀ ਸਾਡੇ ਨਾਲ ਉੱਤੇ ਜਿਹੜੀ ਲਾਈਨ ਹੈ ਜਿਹਦੇ ਵਿੱਚੋਂ ਭਾਰਤ ਦੇ ਕੁਝ ਰਾਜ ਵੀ ਹੋ ਕੇ ਨਿਕਲਦੇ ਆ ਉਹਨੂੰ ਆਪਾਂ ਕਹਿੰਦੇ ਆ ਜੀ ਕਰਕ ਰੇਖਾ। ਤੇ ਇਹ ਵੀ ਗੱਲ ਧਿਆਨ ਰੱਖ ਲਿਓ ਕਿ ਆਪਣੇ ਜਿਹੜੇ ਮਹਾਦਵੀਪ ਹੈਗੇ ਆ ਜੀ ਉਹ ਕਿੰਨੇ ਆ? ਉਹ ਹੈਗੇ ਆ ਜਿਹਨੂੰ ਪੰਜਾਬੀ ਵਿੱਚ ਤੁਸੀਂ ਅੰਗਰੇਜ਼ੀ ਚ ਕੰਟੀਨੈਂਟ ਤੇ ਪੰਜਾਬੀ ਵਿੱਚ ਮਹਾਦਵੀਪ ਕਹਿੰਦੇ ਆ ਉਹਨਾਂ ਨੂੰ। ਉਹ ਹੈਗੇ ਆ ਜੀ ਆਪਣੇ 7। ਇੱਕ ਹੈਗਾ ਜੀ ਨਾਰਥ ਅਮਰੀਕਾ, ਸਾਊਥ ਅਮਰੀਕਾ, ਅਫਰੀਕਾ, ਯੂਰਪ, ਏਸ਼ੀਆ, ਆਸਟ੍ਰੇਲੀਆ ਤੇ ਅੰਟਾਰਕਟਿਕਾ। ਸਾਰਿਆਂ ਨਾਲੋਂ ਜਿਹੜਾ ਵੱਡਾ ਮਹਾਦਵੀਪ ਹੈ ਨਾ ਜੀ ਉਹਦਾ ਨਾਮ ਹੈਗਾ ਏਸ਼ੀਆ। ਸਾਰਿਆਂ ਨਾਲੋਂ ਵੱਡਾ ਜਿਹੜਾ ਮਹਾਦਵੀਪ ਹੈ ਉਹਦਾ ਨਾਮ ਹੈਗਾ ਏਸ਼ੀਆ। ਕਈ ਵਾਰ ਤੁਹਾਨੂੰ ਇਹ ਵੀ ਪੁੱਛ ਲਿਆ ਜਾਂਦਾ ਹੁੰਦਾ ਕਿ ਇਹੋ ਜਿਹਾ ਕਿਹੜਾ ਮਹਾਦਵੀਪ ਹੈ ਜਿਹਦੇ ਵਿੱਚੋਂ ਦੀ ਸਿਰਫ ਟ੍ਰੋਪਿਕ ਆਫ ਕੈਪਰੀਕੌਨ ਹੋ ਕੇ ਨਿਕਲਦੀ ਹੈ।
ਇਹੋ ਜਿਹਾ ਮਹਾਦੀਪ ਦੱਸੋ ਜਿਹਦੇ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਜਿਹੜੀ ਰੇਖਾ ਹੈਗੀ ਉਹ ਨਿਕਲ ਕੇ ਲੰਘਦੀ ਹੈ, ਉਹਦਾ ਨਾਮ ਹੈਗਾ ਆਸਟ੍ਰੇਲੀਆ। ਵੇਖੋ ਤੁਸੀਂ ਟ੍ਰੋਪਿਕ ਆਫ ਕੈਪਰੀਕॉन, ਮਕਰ ਰੇਖਾ ਸਿਰਫ ਆਸਟ੍ਰੇਲੀਆ ਤੋਂ ਹੋ ਕੇ ਲੰਘਦੀ ਆ। ਤੇ ਇੱਕ ਜਿਹੜਾ ਪ੍ਰਸ਼ਨ ਬਣ ਜਾਂਦਾ ਹੁੰਦਾ ਉਹ ਇੱਥੋਂ ਬਣਦਾ ਕਿ ਇਹੋ ਜਿਹੇ ਮਹਾਦੀਪ ਦਾ ਨਾਮ ਦੱਸੋ ਜਿਹਦੇ ਵਿੱਚੋਂ ਆ ਜਿਹੜੇ ਤਿੰਨੇ ਰੇਖਾਵਾਂ ਹੈਗੀਆਂ ਨਾ, ਕਰਕ ਰੇਖਾ, ਭੂਮੱਧ ਰੇਖਾ ਤੇ ਮਕਰ ਰੇਖਾ, ਇਹ ਤਿੰਨੋਂ ਹੀ ਲੰਘਦੀਆਂ ਨੇ। ਸੋ ਉਸ ਦੇਸ਼ ਦਾ ਨਾਮ ਹੈਗਾ ਜੀ ਅਫਰੀਕਾ। ਸੋ ਇੰਨੀ ਕੁ ਗੱਲ ਰਹੀ ਜੀ। ਇਹਦੇ ਵਿੱਚੋਂ ਕਾਫੀ ਸਾਰੇ ਜਿਹੜੇ ਪ੍ਰਸ਼ਨ ਹੈਗੇ ਜੀ ਤੁਹਾਡੇ ਤੋਂ ਪੁੱਛ ਲਏ ਜਾਂਦੇ ਆ। ਹੁਣ ਆਪਾਂ ਪ੍ਰਸ਼ਨਾਂ ਨੂੰ ਵੇਖ ਲੈਂਦੇ ਆ। ਵਿਚ ਆਫ ਦਾ ਫੋਲੋਇੰਗ ਸਟੇਟ ਆਰ ਨਾਟ ਕ੍ਰੋਸਡ ਬਾਈ ਟ੍ਰੋਪਿਕ ਆਫ ਕੈਂਸਰ। ਤੁਸੀਂ ਹੁਣੇ ਮੈਂ ਤੁਹਾਨੂੰ ਇਹ ਗੱਲ ਦੱਸੀ ਤਾਂ ਨਹੀਂ ਸੀ, ਮੈਂ ਕਿਹਾ ਸੀ ਹੁਣ ਅੱਗੇ ਦੱਸੂਗਾ। ਸੋ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚ ਕਰਕ ਰੇਖਾ ਜਿਹੜੀ ਹੈ ਉਹ ਨਹੀਂ ਲੰਘਦੀ? कि वो राजस्थान है, कि वो ओडिशा है, कि वो छत्तीसगढ़ है, या फिर वो त्रिपुरा है। सो दोस्तों ਇਹਦਾ ਜਿਹੜਾ ਜਵਾਬ ਹੈ ਨਾ ਤੁਸੀਂ ਖੁਦ ਹੀ ਦਵੋਗੇ। ਤੁਹਾਡੇ ਸਾਹਮਣੇ ਮੈਂ ਨਾ ਭਾਰਤ ਦਾ ਨਕਸ਼ਾ ਓਪਨ ਕੀਤਾ ਹੋਇਆ, ਜਿਵੇਂ ਕਿ ਟ੍ਰੋਪਿਕ ਆਫ ਕੈਂਸਰ ਜਿਹਨੂੰ ਪੰਜਾਬੀ ਵਿੱਚ ਕਰਕ ਰੇਖਾ ਕਹਿੰਦੇ ਆ। ਜਿਵੇਂ ਆ ਵੇਖੋ, ਮੈਂ ਨਾ ਡਾਰਕ ਵੀ ਕਰ ਦਿੰਨਾ, ਆ ਜਿਹੜੀ ਲਾਈਨ ਆ ਐਵੇਂ ਹੋ ਕੇ ਨਿਕਲ ਰਹੀ ਹੈ ਇੱਥੋਂ, ਠੀਕ ਹੈ ਜੀ। ਸੋ ਇੱਥੋਂ ਹੋ ਕੇ ਨਿਕਲ ਰਹੀ ਹੈ ਕੰਪਲੀਟਲੀ। ਸੋ ਆ ਦੱਸੋ, ਆ ਵੇਖੋ, ਇਹ ਪਹਿਲਾਂ ਤਾਂ ਆ ਗਿਆ ਗੁਜਰਾਤ, गुजरात तो होके लंघ रही है जी। गुजरात तो बाद मध्य प्रदेश के विचों होके लंघ रही है। मध्य प्रदेश तो बाद इत्थे वेखो उत्ते राजस्थान वाला हिस्सा भी थोड़ा जिहा टच हो रहा। जे तुसीं ध्यान नाल वेखो, गुजरात आया, राजस्थान आया, मध्य प्रदेश आ गया। मध्य प्रदेश तो बाद इत्थे झारखंड वाला जिहड़ा हिस्सा हैगा जी वो भी आ गया। ते इहदे नाल आ वेखो एक छत्तीसगढ़ जिहड़ा है ये भी राज हैगा जी, ये भी आ रहा। इस दे नाल इत्थे वेखो वेस्ट बंगाल इधर आ गया जी, ये भी हिस्सा मतलब इंक्लूड हो गया। तो इस दे नाल वेखो इधर त्रिपुरा जिहड़ी कंट्री है जी, इधर वेखो आ त्रिपुरा इधर ना, इधर त्रिपुरा भी आ गया, तो इधर मिजोरम भी आ गया। कितनी कंट्री हो गई जी, कंट्री नहीं सॉरी, किन्ने राज हो गए जी? ये लगभग 8 राज हो चुके हैं। गुजरात, राजस्थान, मध्य प्रदेश, छत्तीसगढ़, झारखंड, वेस्ट बंगाल, त्रिपुरा एंड मिजोरम। तो दोस्तों इधर वेखो तुसीं, इधर जिहड़ा उत्थे जिहड़ियां ऑप्शनां दित्तियां सीगीਆਂ ना ਉਹਦੇ ਵਿੱਚ ओडिशा नहीं सी। सो मतलब ਇਹ कि ਜਿਹੜੀ आ ट्रॉपिक ऑफ ਜਿਹੜੀ कैंसर है ਇਹ ओडिशा ਦੇ ਵਿੱਚੋਂ नहीं ਲੰਘਦੀ, ठीक है ना जी। ਇਹ ओडिशा ਦੇ ਵਿੱਚੋਂ नहीं ਲੰਘਦੀ। ਤੇ ਬਾਕੀ ਦੇ ਜਿੰਨੇ ਵੀ ਮੈਂ ਤੁਹਾਨੂੰ ਨਾਮ ਦੱਸੇ ਹੈਗੇ ਆ ਜੀ, ਕਿਹੜੇ ਕਿਹੜੇ? गुजरात, राजस्थान, मध्य प्रदेश, छत्तीसगढ़, झारखंड, वेस्ट बंगाल, त्रिपुरा एंड मिजोरम। ਤੇ ਦੋਸਤੋ ਇੱਕ ਹੋਰ ਇੰਟਰਸਟਿੰਗ ਗੱਲ ਦੱਸ ਦਵਾਂ, ਇਹ ਜਿਹੜੀ ਰੇਖਾ ਹੈ ਨਾ ट्रॉपिक ऑफ कैंसर, ਇਹਨੂੰ ਮਾਹੀ ਨਦੀ ਜਿਹੜੀ ਹੈਗੀ ਆ, माही नदी इनू 2 बार कटदी है। माही एक नदी हैगी है जी, माही नदी इनू 2 बार कटदी है। सो ये अपनी गल रही। हुण आपां चलदे हां जी अगले प्रश्न ते। इत्थे तुसीं सारिआं ने टिक कर लिया होगा, ओडिशा इज द राइट आंसर। बाकी दे किहड़े-किहड़े सीगे जी? राजस्थान, छत्तीसगढ़, त्रिपुरा, ये तां मतलब क्रॉस करदे आ ट्रॉपिक ऑफ कैंसर तो। ओडिशा इज द राइट आंसर। वेखदे हां जी अगले प्रश्न नूं। खारिफ क्रॉप्स आर हार्वेस्टेड इन, इस तुहाडे तो सीधा पुछ लिया जा रहा कि ਜਿਹੜੀਆਂ ਖਾਰਿਫ ਫਸਲਾਂ ਹੁੰਦੀਆਂ ਇਹਨਾਂ ਦੀ ਜਿਹੜੀ ਕਟਾਈ ਕੀਤੀ ਜਾਂਦੀ ਹੈ ਉਹ ਕਦੋਂ ਕੀਤੀ ਜਾਂਦੀ ਹੈ? ਬਿਟਵੀਨ ਫਰਵਰੀ ਐਂਡ ਮਾਰਚ, ਬਿਟਵੀਨ ਮਾਰਚ ਐਂਡ ਅਪ੍ਰੈਲ, ਬਿਟਵੀਨ ਜੁਲਾਈ ਐਂਡ ਅਗਸਤ, ਬਿਟਵੀਨ ਸਤੰਬਰ ਐਂਡ ਅਕਤੂਬਰ। ਸੋ ਦੋਸਤੋ ਇਹਦਾ ਸਿੱਧਾ ਜਵਾਬ ਹੀ ਦੇਣਾ ਤੁਸੀਂ। ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਹੈ ਬਿਟਵੀਨ ਸਪਟੈਂਬਰ ਐਂਡ ਅਕਤੂਬਰ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਂਸਰ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਤੇ। ਇਹਦੇ ਵਿੱਚ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਹੈ ਕਿ ਲੈਟਰਾਈਟ ਸੋਇਲ ਇਜ਼ ਡਿਵੈਲਪਡ ਇਨ ਏਰੀਆ ਵਿਦ, ਕਿ ਜਿਹੜੀ ਲੈਟਰਾਈਟ ਮਿੱਟੀ ਹੁੰਦੀ ਹੈ ਇਹਦਾ ਨਿਰਮਾਣ ਡੈਸ਼ ਕਿਹੜੇ ਖੇਤਰਾਂ ਦੇ ਵਿੱਚ ਹੁੰਦਾ ਹੈ? लो टैंपरेचर एंड लो रेनफॉल, कि घट तापमान अते घट वर्खा, या फिर ऑप्शन नंबर बी हाई टैंपरेचर एंड लो रेनफॉल, कि वध तापमान अते वध वर्खा, घट वर्खा सॉरी, या फिर लो टैंपरेचर एंड हैवी रेनफॉल, कि घट तापमान अते वध वर्खा, या फिर हाई टैंपरेचर एंड हैवी रेनफॉल, वध तापमान अते वध वर्खा। सो दोस्तों ऑप्शन नंबर डी ਤੁਹਾਡਾ ਹੋਏਗਾ ਜੀ ਸਹੀ ਜਵਾਬ। ਮੇਨਲੀ ਤੁਹਾਨੂੰ ਪਰਬਤੀ ਖੇਤਰ ਦੇ ਵਿੱਚ ਨਾ, ਜਾਂ ਫਿਰ ਕਹਿ ਲਓ ਕਿ ਛੋਟੇ ਮੋਟੇ ਪਠਾਰ ਹੁੰਦੇ ਆ, ਉੱਥੇ ਵੀ ਤੁਹਾਨੂੰ ਇਹ ਜਿਹੜੀ ਮਿੱਟੀ ਆ ਜੀ ਵੇਖਣ ਨੂੰ ਮਿਲਦੀ ਹੁੰਦੀ ਆ। ਚਾਹ ਹੋ ਗਈ, ਕਾਫੀ ਹੋ ਗਈ, ਰਬੜ ਹੋ ਗਈ, ਇੱਥੇ ਮਤਲਬ ਇਹ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ। ਆਪਸ਼ਨ ਨੰਬਰ ਡੀ ਨੂੰ ਕਰੋ ਟਿਕ ਤੁਸੀਂ। ਵੱਧ ਤਾਪਮਾਨ ਅਤੇ ਵੱਧ ਵਰਖਾ ਵਾਲੇ ਖੇਤਰਾਂ ਦੇ ਵਿੱਚ ਤੁਹਾਨੂੰ ਇਹ ਜਿਹੜੀ ਮਿੱਟੀ ਹੈ ਲੈਟਰਾਈਟ ਸੋਇਲ ਇਹ ਵੇਖਣ ਨੂੰ ਮਿਲਦੀ ਹੈ। ਆਪਸ਼ਨ ਨੰਬਰ ਡੀ ਨੂੰ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਵਿਚ ਆਫ ਦਾ ਫੋਲੋਇੰਗ ਇਜ਼ ਅ ਫੰਡਾਮੈਂਟਲ ਰਾਈਟ। ਪਹਿਲਾਂ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜੇ ਫੰਡਾਮੈਂਟਲ ਰਾਈਟ ਹੈਗੇ ਆਪਣੇ ਕਨਸਟੀਟਿਊਸ਼ਨ ਦੇ ਕਿਹੜੇ ਪਾਰਟ ਦੇ ਵਿੱਚ ਦਿੱਤੇ ਗਏ ਆ ਤੇ ਕਿੱਥੇ ਤੋਂ ਲੈ ਕੇ ਕਿੰਨੇ ਤੱਕ ਦਿੱਤੇ ਗਏ ਆ। ਕੀ ਤੁਹਾਨੂੰ ਪਤਾ ਹੈ ਫੰਡਾਮੈਂਟਲ ਜਿਹੜਾ ਰਾਈਟ ਹੈ ਜੀ ਹੇਠ ਲਿਖਿਆ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਹੈ? ਰਾਈਟ ਟੂ ਪ੍ਰੋਪਰਟੀ ਹੈ, ਰਾਈਟ ਟੂ ਵਰਕ ਹੈ, ਰਾਈਟ ਟੂ ਫਰੀडम ਆਫ ਰਿਲੀਜਨ ਹੈ, ਜਾਂ ਫਿਰ ਆਲ ਆਫ ਥੀਸ ਹੈ। ਸੋ ਦੋਸਤੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਹੈ ਫੰਡਾਮੈਂਟਲ ਰਾਈਟ ਤੁਹਾਨੂੰ ਦਿੱਤੇ ਗਏ ਆ ਜੀ 6। ਉਹਨਾਂ 6 ਦੇ ਵਿੱਚੋਂ ਆਉਂਦਾ ਹੈ ਰਾਈਟ ਟੂ ਫਰੀडम, ਰਾਈਟ ਟੂ ਫਰੀडम ਆਫ ਰਿਲੀਜਨ, ਤੇ ਬਾਕੀ ਇਹ ਦੋਵੇਂ ਚੀਜ਼ਾਂ ਨਹੀਂ ਦੱਸੀਆਂ ਹੋਈਆਂ। ਪਹਿਲਾਂ ਰਾਈਟ ਟੂ ਪ੍ਰੋਪਰਟੀ ਹੁੰਦਾ ਸੀ ਬਟ ਬਾਅਦ ਵਿੱਚ ਨਾ ਇਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਸੀਗਾ। ਠੀਕ ਹੈ ਜੀ, ਇਹਨੂੰ ਰਿਮੂਵ ਕਰ ਦਿੱਤਾ ਗਿਆ ਸੀਗਾ। ਪਹਿਲਾਂ ਇਹ ਵੀ ਆਪਣੇ 7 ਮੌਲਿਕ ਅਧਿਕਾਰ ਹੁੰਦੇ ਸੀਗੇ, 7 ਦੇ ਵਿੱਚੋਂ ਇੱਕ ਘਟਾ ਦਿੱਤਾ ਗਿਆ ਰਾਈਟ ਟੂ ਪ੍ਰੋਪਰਟੀ ਨੂੰ। ਹੁਣ ਆਪਣੇ ਮੌਲਿਕ ਅਧਿਕਾਰ ਹੈਗੇ ਆ 6। ਇਹ ਆਪਣੇ ਨਾਲ ਸੰਵਿਧਾਨ ਦੇ ਮਤਲਬ ਪਾਰਟ 3 ਦੇ ਵਿੱਚ ਸੰਵਿਧਾਨ ਦੇ ਦਿੱਤੇ ਹੋਏ ਆ ਜਿਹੜੇ ਵੀ ਮੌਲਿਕ ਅਧਿਕਾਰ ਹੈਗੇ ਆ। ਪਾਰਟ 3 ਦੇ ਵਿੱਚ ਤੁਸੀਂ ਯਾਦ ਕਰ ਲੈਣਾ ਹੈ। ਤੇ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ? 12 ਤੋਂ ਲੈ ਕੇ ਲਗਭਗ 35 ਆਰਟੀਕਲ ਜਿਹੜੇ ਹੈਗੇ ਆ ਨਾ ਇਹ ਸਾਰੇ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਆ। ਠੀਕ ਹੈ ਜੀ, ਜਿਹਦੇ ਵਿੱਚ ਫੰਡਾਮੈਂਟਲ ਰਾਈਟ ਜਿਹੜਾ ਰਾਈਟ ਟੂ ਫਰੀडम ਆਫ ਰਿਲੀਜਨ ਧਾਰਮਿਕ ਆਜ਼ਾਦੀ ਦੇ ਅਧਿਕਾਰ ਜਿਹੜਾ ਹੈ ਜੀ
ਇਹ ਵੀ ਇਹਦੇ ਵਿੱਚ ਹੀ ਆ ਜਾਂਦਾ। ਆਪਸ਼ਨ ਨੰਬਰ ਬੀ ਨੂੰ ਕਰੋ ਟਿਕ। ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਇਨ ਵਿਚ ਈਅਰ ਬੰਗਾਲ ਵਾਸ ਡਿਵਾਈਡਡ ਇਨਟੂ 2 ਪਾਰਟਸ। ਸੋ ਇਹ ਵੀ ਮੈਨੂੰ ਦੱਸਿਓ ਕਿ ਇਹ ਕਿਹਦੇ ਮਤਲਬ ਕਿਹੜਾ ਵਾਇਸਰਾਏ ਸੀ ਜਦੋਂ ਇਹ ਡਿਵੀਜ਼ਨ ਕੀਤੀ ਗਈ ਸੀਗੀ। ਇਨ ਵਿਚ ਈਅਰ ਬੰਗਾਲ ਵਾਸ ਡਿਵਾਈਡਡ ਇਨਟੂ 2 ਪਾਰਟਸ, ਕਿ ਬੰਗਾਲ ਦੀ ਵੰਡ ਕਦੋਂ ਹੋਈ ਸੀਗੀ? ਇਹ ਹੋਈ ਸੀਗੀ ਆਪਸ਼ਨ ਨੰਬਰ ਡੀ 1905 ਦੇ ਵਿੱਚ। ਉਦੋਂ ਜਿਹੜਾ ਵਾਇਸਰਾਏ ਆਫ ਇੰਡੀਆ ਸੀਗਾ ਨਾ, ਉਹ ਸੀਗਾ ਲਾਰਡ ਕਰਜ਼ਨ। ਲਾਰਡ ਕਰਜ਼ਨ ਨਾਮ ਦਾ ਜਿਹੜਾ ਵਾਇਸਰਾਏ ਸੀ, ਉਹ ਮਤਲਬ ਇਹ ਵੰਡ ਉਦੋਂ ਹੋਈ ਸੀਗੀ। ਆਪਸ਼ਨ ਨੰਬਰ ਡੀ ਨੂੰ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਹੂ ਇਜ਼ ਐਕਸਕੇਵੇਟਰ ਆਫ ਹੜੱਪਾ ਸਾਈਟ, ਵੀ ਹੜੱਪਾ ਸਭਿਅਤਾ ਦੇ ਸਥਾਨਾਂ ਦੀ ਜਿਹੜੀ ਖੁਦਾਈ ਸੀਗੀ ਉਹ ਕਿਹਨੇ ਕਰਵਾਈ ਸੀਗੀ? ਕਿ ਉਹ ਦਇਆਰਾਮ ਸਾਹਨੀ ਸੀ, ਰਖਾਲਦਾਸ ਬਨਰਜੀ ਸੀਗੀ, ਮੈਕਾਲੇ ਸੀ ਜਾਂ ਫਿਰ BK ਥਾਪੜ ਸੀ? ਸੋ ਦੋਸਤੋ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਦੱਸੋ। ਇਹਦਾ ਸਹੀ ਜਵਾਬ ਕੀ ਹੋਏਗਾ? ਹੜੱਪਾ ਸਭਿਅਤਾ ਦੇ ਜਿਹੜੀ ਸਥਾਨਾਂ ਦੀ ਜਿਹੜੀ ਖੁਦਾਈ ਕਰਵਾਈ ਸੀ ਨਾ, ਉਹ ਕਰਵਾਈ ਸੀਗੀ ਦਇਆਰਾਮ ਸਾਹਨੀ ਨੇ। ਤੇ ਰਖਾਲਦਾਸ ਬੈਨਰਜੀ ਨੇ ਕੀ ਕਰਵਾਇਆ ਸੀਗਾ? ਰਖਾਲਦਾਸ ਜਿਹੜਾ ਬੈਨਰਜੀ ਸੀ ਨਾ, ਇਹਨੇ ਮੋਹਨਜੋਦੜੋ ਦੀ ਜਿਹੜੀ ਖੁਦਾਈ ਸੀਗੀ ਉਹ ਕਰਵਾਈ ਸੀਗੀ। ਯਾਦ ਰੱਖ ਲਿਓ ਆਪਸ਼ਨ ਨੰਬਰ ਬੀ ਦਾ ਇੱਥੇ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਏ। ਮੋਹਨਜੋਦੜੋ ਦੀ ਖੁਦਾਈ ਕਰਵਾਈ ਸੀਗੀ ਰਖਾਲਦਾਸ ਬੈਨਰਜੀ ਨੇ। ਆਪਸ਼ਨ ਨੰਬਰ ਏ ਨੂੰ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਗੁਪਤਾ ਅੰਪਾਇਰ ਡਿਕਲਾਈਨਡ ਇਨ ਦ 5th ਸੈਂਚੁਰੀ AD ਐਜ਼ ਅ ਕੰਸੀਕੁਐਂਸਸ ਆਫ, 5ਵੀਂ ਸਦੀ ਈਸਵੀ ਵਿੱਚ ਗੁਪਤ ਸਾਮਰਾਜ ਦਾ ਪਤਨ ਕਿਸ ਦੇ ਸਿੱਟੇ ਵਜੋਂ ਹੋਇਆ? ਵੈਸੇ ਤਾਂ ਦੋਸਤੋ ਇਹਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਤਾਂ ਕਾਫੀ ਇਹ ਵੇਖਿਆ ਜਾਂਦਾ ਸੀਗਾ ਕਿ ਇਹਨਾਂ ਦੇ ਵਿੱਚ ਨਾ ਕੋਈ ਸਕਸੈਸਰ ਨਹੀਂ ਸੀ ਵਧੀਆ, ਇਹਨਾਂ ਨੂੰ ਮਤਲਬ ਕਿ ਇਹਨਾਂ ਦੀ ਸਾਂਭਣ ਵਾਲਾ ਹੈ ਨਹੀਂ ਸੀ ਕੋਈ, ਸਾਰੇ ਕਮਜ਼ੋਰ ਜਿਹੇ ਸ਼ਾਸਕ ਸੀਗੇ ਜਿਹਦੇ ਕਰਕੇ ਇਹਨਾਂ ਦਾ ਪਤਨ ਹੋ ਗਿਆ। ਇਹਦਾ ਬਟ ਸਹੀ ਜਵਾਬ ਹੋਊਗਾ ਜੀ ਆਪਸ਼ਨ ਨੰਬਰ ਚਾਲੁਕਿਆਜ਼ ਰੇਟ, ਚਾਲੁਕਿਆ ਦੇ ਹਮਲੇ, ਗ੍ਰੀਕ ਇਨਵੇਜ਼ਨ, ਯੂਨਾਨੀਆਂ ਦੇ ਹਮਲੇ, ਹੁਣ ਇਨਵੇਜ਼ਨ, ਹੁਣਾਂ ਦੇ ਹਮਲੇ, ਜਾਂ ਫਿਰ ਪੱਲਵ ਰੇਡਸ, ਪੱਲਵਾਂ ਦੇ ਹਮਲੇ। ਸੋ ਇੱਥੇ ਤੁਹਾਡਾ ਸਹੀ ਜਵਾਬ ਹੈ ਜੀ ਹੁਣਸ ਇਨਵੇਜ਼ਨ। ਇਹਨਾਂ ਦੇ ਹਮਲਿਆਂ ਕਾਰਨ ਗੁਪਤਾ ਦਾ ਜਿਹੜਾ ਐਮਪਾਇਰ ਸੀਗਾ ਜੀ ਇਹ 5th ਸੈਂਚੁਰੀ ਦੇ ਵਿੱਚ ਮਤਲਬ ਕਿ ਇਹ ਪਤਨ ਹੋ ਗਿਆ ਸੀਗਾ, ਇਸ ਦੇ ਕਰਕੇ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਹੂ ਸਟਾਰਟਡ ਸਾਕਾ ਐਰਾ ਐਂਡ ਵੈਨ, ਕਿ ਸਕ ਸੰਮਤ ਕੈਲੰਡਰ ਦੀ ਸ਼ੁਰੂਆਤ ਕਿਸਨੇ ਅਤੇ ਕਦੋਂ ਕੀਤੀ ਸੀਗੀ? ਇੱਥੇ ਲਿਖਿਆ ਹੋਇਆ ਕਾਫੀ ਡਿਸਿਸ ਨੇ, ਰੁਦਰਦਾਮਨ ਨੇ, ਕਨਿਸ਼ਕ ਨੇ, ਜਾਂ ਫਿਰ ਕਹ ਲਓ ਇੱਥੇ ਕੌਣ ਰਹਿ ਗਿਆ? ਵਿਕਰਮਾਦਿੱਤਿਆ ਨੇ। ਸੋ ਦੋਸਤੋ ਇਹਦਾ ਮੈਂ ਸਿੱਧਾ ਜਵਾਬ ਹੀ ਦੱਸਦਾ ਜੀ, ਸਾਕਾ ਐਰਾ ਐਂਡ ਵੈਨ। ਇਹ ਕਨਿਸ਼ਕਾ ਇਹਦਾ ਸਹੀ ਜਵਾਬ ਹੋਊਗਾ। ਕਨਿਸ਼ਕਾ ਇਨ 1778 AD, 78ਵੀਂ ਈਸਵੀ ਵਿੱਚ ਕਨਿਸ਼ਕ ਨੇ ਮਤਲਬ ਇਹਦਾ ਸ਼ੁਰੂਆਤ ਸੀਗੀ ਉਹ ਕੀਤੀ ਸੀਗੀ। ਆਪਸ਼ਨ ਨੰਬਰ ਡੀ ਨੂੰ ਕਰੋ ਟਿਕ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ। ਹੂ ਵਾਸ ਦ ਫਸਟ ਸੁਲਤਾਨ ਆਫ ਦਿੱਲੀ ਟੂ ਇਸ਼ੂ ਰੈਗੂਲਰ ਕਰੰਸੀ ਐਂਡ ਡਿਕਲੇਅਰ ਦਿੱਲੀ ਐਜ਼ ਅ ਕੈਪੀਟਲ ਆਫ ਹਿਸ ਐਮਪਾਇਰ? ਦਿੱਲੀ ਦਾ ਉਹ ਪਹਿਲਾ ਸੁਲਤਾਨ ਕੌਣ ਸੀ ਜਿਸਨੇ ਨਿਯਮਤ ਮੁਦਰਾ ਚਲਾਈ ਅਤੇ ਦਿੱਲੀ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ? ਕਿ ਉਹ ਬਲਬਨ ਸੀ, ਕਿ ਉਹ ਆਰਾਮ ਸ਼ਾਹ ਸੀ, ਕਿ ਉਹ ਇਲਤੁਤਮਿਸ਼ ਸੀ, ਜਾਂ ਫਿਰ ਨਸੀਰੁद्दीन महमूद ਸੀ? ਬਲਬਨ, ਆਰਾਮ ਸ਼ਾਹ, ਇਲਤੁਤਮਿਸ਼ ਜਾਂ ਫਿਰ ਨਸੀਰੁद्दीन महमूद। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ, ਕਿ ਇਹਦੇ ਹੀ ਅੰਡਰ ਮਤਲਬ ਇਹ ਸੀ ਨਾ ਦਿੱਲੀ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਇਹਨੇ ਘੋਸ਼ਿਤ ਕੀਤਾ ਸੀਗਾ ਤੇ ਸਿੱਕੇ ਚਲਾਏ ਸੀਗੇ। ਆਪਸ਼ਨ ਨੰਬਰ ਸੀ ਨੂੰ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਤੇ। ਲਾਸਟ ਪ੍ਰਸ਼ਨ ਹੈ ਜੀ, ਦ ਮਿਡੇਵੀਅਲ ਇੰਡੀਅਨ ਲਿਟਰੇਰੀ ਵਰਕ ਦਰਬਾਰ ਅਕਬਰੀ ਵਾਜ਼ ਰਿਟਨ ਬਾय, ਸਟੈਟਿਕ ਬੇਸਡ ਪ੍ਰਸ਼ਨ ਹੈ ਜੀ। ਮੱਧਕਾਲ ਵਿੱਚ ਦਰਬਾਰ ਅਕਬਰੀ ਦੀ ਜਿਹੜੀ ਰਚਨਾ ਹੈ ਜੀ ਉਹ ਕਿਹਨੇ ਕੀਤੀ ਸੀਗੀ? ਕਿ ਮੁਹੰਮਦ ਹੁਸੈਨ ਨੇ ਕੀਤੀ ਸੀ, ਜਾਂ ਫਿਰ ਕਹ ਲਓ ਕਿ ਮਲਿਕ ਮੁਹੰਮਦ ਜੈਸੀ ਨੇ ਕੀਤੀ ਸੀਗੀ, ਅਬੁਲ ਫਜ਼ਲ ਨੇ ਕੀਤੀ ਸੀ, ਜਾਂ ਫਿਰ ਅਮੀਰ ਖੁਸਰੋ ਨੇ ਕੀਤੀ ਸੀਗੀ? ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ? ਇਹਦਾ ਸਹੀ ਜਵਾਬ ਹੈ ਜੀ ਮੁਹੰਮਦ ਹੁਸੈਨ ਨੇ। ਮੁਹੰਮਦ ਹੁਸੈਨ ਨੇ, ਮੌਲਾਨਾ ਮੁਹੰਮਦ ਹੁਸੈਨ। ਇਹਦਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਇਹ ਉਰਦੂ ਪੋਇਟ ਸੀਗੇ ਜੀ, ਉਰਦੂ ਪੋਇਟ ਸੀ ਇਹ ਇੱਕ। ਤੇ ਅਬੁਲ ਫਜ਼ਲ ਵੀ ਇੱਕ ਅਕਬਰ ਦੇ ਦਰਬਾਰ ਦੇ ਵਿੱਚ ਹੀ ਮਤਲਬ ਅਕਬਰ ਦਾ ਕਹਿ ਲਓ ਨਾ ਕਿ ਦੋਸਤ ਵੀ ਹੁੰਦਾ ਸੀਗਾ ਇਹ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਏ ਨੂੰ ਕਰ ਲਓ ਤੁਸੀਂ ਟਿਕ। ਇਸ ਦੇ ਨਾਲ ਹੀ ਆਪਣਾ ਜਿਹੜਾ ਸੈਸ਼ਨ ਹੈ ਜੋ ਖਤਮ ਹੁੰਦਾ ਹੈ। ਸੈਸ਼ਨ ਤੁਹਾਨੂੰ ਪਸੰਦ ਆਇਆ ਜਾਂ ਨਹੀਂ ਆਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ। ਚੈਨਲ ਨੂੰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਵੀਡੀਓ ਨੂੰ ਹਜੇ ਵੀ ਲਾਈਕ ਨਹੀਂ ਕੀਤਾ ਹੈ ਤਾਂ ਸੈਸ਼ਨ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਆਪਦੇ ਦੋਸਤਾਂ ਤੱਕ ਸ਼ੇਅਰ ਕਰੋ। ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।